देही माटी बोले पान बुझरे ज्ञानी मुआ है कौन। देही माटी बोले पान बुझरे ज्ञानी मुआ है कौन। हाँ ना मुआ मेरी मुई बलाए, ओह ना मुआ जो रहा समाए। सूरत बाद अहंकार, ओ नामुआ जो देखण हार। मुई सूरत बाद अहंकार, ओ नामुआ जो देखण हार। देही माटी बोले पौड़, देही माटी बोले पौड़ बुझरे ज्ञानी मुआ है कौन। बुझरे ज्ञानी मुआ है कौन। देही माटी बोले पौन, देही माटी बोले पौन। जय कारण तट तीरथ जाही, रतन पदारथ काट ही माही। जय कारण तट तीरथ जाही, रतन पदारथ काट ही माही। पढ़ पढ़ पंडित बाद बखाणे, पीतर होंदी वस्त न जाने। पंडित बाद वखाणे, पीतर होंदी वस्त न जाने। देही माटी बोले पौड़, देही माटी बोले पौड़ बुझरे ज्ञानी मुआ
ਉਹ ਨਾ ਮੂਆ ਜੋ ਰਹਿਆ ਸਮਾਏ। ਹਾਂ ਨਾ ਮੂਆ ਮੇਰੀ ਮੁਈ ਬਲਾਏ। ਉਹ ਨਾ ਮੂਆ ਜੋ ਰਹਿਆ ਸਮਾਏ। ਕਹੋ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਦਰ ਨਾ ਆਇਆ। ਕਹੋ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਦਰ ਨਾ ਆਇਆ। ਦੇਹੀ ਮਾਟੀ ਬੋਲੇ ਪੌਣ, ਦੇਹੀ ਮਾਟੀ ਬੋਲੇ ਪੌਣ। ਗੁਜਰੇ ਗਿਆਨੀ ਮੁਆ ਹੈ ਕੌਣ। ਗੁਜਰੇ ਗਿਆਨੀ ਮੁਆ ਹੈ ਕੌਣ। ਗੁਜਰੇ ਮੁਆ ਹੈ ਕੌਣ। ਦੇਹੀ ਮਾਟੀ ਬੋਲੇ ਪੌਣ, ਦੇਹੀ ਬੋਲੇ ਪੌਣ। ਦੇਹੀ ਮਾਟੀ ਬੋਲੇ ਪੌਣ। ਤੇਗ ਬਹਾਦਰ ਸਿਮਰੇ, ਤੇਗ ਬਹਾਦਰ ਸਿਮਰੇ। ਕਰਨੋ ਨਿਧ ਆਵੇ ਤਾਏ, ਕਰਨੋ ਨਿਧ ਆਵੇ ਤਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਸਹਾਏ ਤੇਗ ਬਹਾਦਰ ਸਿਮਰੇ, ਤੇਗ ਬਹਾਦਰ ਸਿਮਰਿਐ। ਤੇਗ ਬਹਾਦਰ ਸਿਮਰਿਐ। ਵਾਹਿਗੁਰੂ ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਸ਼ਾਹਾਂ ਪਾਤਸ਼ਾਹ ਨਿਹਚਲ ਚੌਰ ਛਤ। ਪੌੜੀ ਵੱਡੀ ਵੱਡਾ ਪਾ ਤੇਰਾ ਮਰਤਬਾ, ਰੰਗ ਰੰਗ ਲਿਖਣਾ ਜਾਪਨ ਕਰਤਬਾ। ਚੰਦ ਜੀ ਸਭ ਜਾਣ ਲਾ, ਸਭ ਕਿਸ ਤੇਰੇ ਵਸ ਤੇਰਾ ਭਲਾ। ਤੇਰੇ ਘਰ ਆਨੰਦ ਵਧਾਈ ਤੁਧ ਕਰ, ਮਾਣ ਮਹਤਾ ਤੇ ਆਪਣਾ ਆਪ ਜਰ। ਕਲਾ ਭਰਪੂਰ ਦਿਸੈ ਜਨ ਕਥਾ, ਨਾਨਕ ਦਾਸ ਦਾਸ ਤੁਧ ਆਗੇ ਬਿਨਵਤਾ। ਵਾਹਿਗੁਰੂ ਪੌੜੀ ਵੱਡੀ ਹੋ ਵੱਡਾ ਆਪਾ ਤੇਰਾ ਮਰਤਬਾ। ਰੰਗ ਪ੍ਰੰਗ ਅਨੇਕ ਨਾ ਜਾਪਨ ਕਰਤਬਾ। ਜੀਆਂ ਅੰਦਰ ਜੀਓ ਸਭ ਕੀ ਜਾਣ ਲਾ, ਸਭ ਕਿਸ ਤੇਰੇ ਵਸ ਤੇਰਾ ਕਰ ਭਲਾ। ਤੇਰੇ ਕਰ ਆਨੰਦ ਵਧਾਏ ਤੁਧ ਘਰ, ਮਾਨ ਮਹਤਾ ਤੇ ਆਪਣਾ ਆਪ ਜਰ। ਸਕਲਾ ਭਰਪੂਰ ਦੇ ਸਹਿਜਤ ਕਥਾ, ਨਾਨਕ ਦਾਸਨ ਦਾਸ
तुध आगे बिनवता। श्लोक। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਹਾਰ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਪਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲ ਵਾਹਿਗੁਰੂ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ। ਜਿਸਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਬਾਰ ਆਨਨ ਤੇ ਬਾਰ ਦੇਹੋ ਗੁਰੂ ਬਾਰ ਗ੍ਰੰਥ ਸੰਪੂਰਨ ਹੋਏ ਆਬੈ
बल जाए कवि तुमरो बल पाए, करो कविता शुभ छंद सबै, बलहीन करो बेगना सब ही, गुर कीरत ग्रंथ सो होए तबै, बिगना तम रूप अमावश को, यह ग्रंथ दूती दुत चंद फबै। वाहिगुरु जी का खालसा, वाहिगुरु जी की फतेह। परम सत्कार योग सन्मान योग गुरु की साजी और नवाजी हुई, सतगुरां दे परम प्यार च परोती हुई, गुरु रंग च रंगी हुई गुरु खालसा साध संगत जीओ। सतगुरु नौवें पातशाह धन धन श्री गुरु तेग बहादुर साहब जी महाराज जी दे पावन पवित्र चरण छो प्राप्त इतिहासक स्थान गुरुद्वारा श्री दुख निवारण साहब जी दे पावन पवित्र इतिहासक स्थान ते जुगो जुगा टल सतगुरु श्री गुरु ग्रंथ साहब जी महाराज जी दे पवित्र हजूरी च हाजरियां भर के साहिबे कमाल पंथ दे वाले चिट्टियां बाजां वाले शमशेरे बहादुर दे गुर ते के धनी सतगुरु श्री गुरु गोबिंद सिंह साहब जी महाराज जी का ज्योति जोत दिवस दिहाड़ा कतक सुदी पंचमी का दिन शरदा भावना ते सत्कार सहित मनाउणा कर रहे हो। पंचमी दे अमृत वेले दे दीवान सजे हुए हैं, सजे हुए दीवाना च रब्बी बाणी दे कीर्तन हुए हैं। रागी सिंघां ने, ढाडी सिंघां ने, प्रचारकां ने, वखो वखरे विद्वानां ने सतगुरां दी पावन अमृतमई बाणी दे सिद्धांत नाल आप जी नूं गुरु चरनां नाल जोड़िया है। कलगीधर पंथ दे वाली सतगुरु जी सचखंड श्री हजूर साहब पावन पवित्र धरती ते गुरुदेव ने अज दे दिन चोज कीता, कौतुक वरताया। पैंदे खां दा पोतरा सी गोल खान, ਇਹਦਾ ਇੱਕ ਸਾਥੀ ਸੀ, ਉਹਦਾ ਨਾਂ ਸੀ ਜਮਸ਼ੇਦ ਖਾਨ। ਸੂਬੇ ਸਰਹੰਦ ਦੇ ਪਰੇਰੇ ਹੋਏ ਇਹ ਅਬਚਲ ਨਗਰ ਨਾਂਦੇੜ ਸੱਚਖੰਡ ਸ੍ਰੀ ਹਜੂਰ ਸਾਹਿਬ ਪਹੁੰਚੇ ਹਨ। ਗੋਦਾਵਰੀ ਦੇ ਕੰਢੇ ਜਗਤ ਗੁਰੂ ਗੁਰੂ ਕਲਗੀਧਰ ਪਾਤਸ਼ਾਹ ਬਿਰਾਜਮਾਨ ਹਨ, ਜਿੱਥੋਂ ਬਾਬਾ ਬੰਦਾ ਸਿੰਘ ਬਹਾਦਰ और जथेदार बाबा विनोद सिंह बाज सिंह वर्गे योधियां नूं पातशाह जी ने पंजाब वल टोरिया, निशान ते नगारे सौंप के दे के आप सतगुरु जी कुछ समय लिए इत्थे एकांत विच रहे हैं। ये गुल खां ते जमशेद खां इत्थे सतगुरां कोल हाज़र होए। गुरु पातशाह ने गुल खां बारे पुछया कौन है, ਇਹਨੇ ਆਪਣੇ ਬਾਰੇ ਜਾਣਕਾਰੀ ਦਿੱਤੀ, मैं ਪੈਂਦੇ ਖਾਂ ਦਾ ਪੁੱਤਰਾ ਤੇ ਸੰਧੇ ਖਾਂ ਦਾ ਪੁੱਤਰ ਹਾਂ। ਮੇਰੇ ਬਜ਼ੁਰਗਾਂ ਨੇ ਤੁਹਾਡੇ ਘਰ ਦੇ ਵਿੱਚੋਂ ਬਹੁਤ ਕੁਝ ਪ੍ਰਾਪਤ ਕੀਤਾ ਹੈ, ਮੈਂ ਤੁਹਾਡੀ ਸ਼ਰਨ ਆਇਆ ਹਾਂ, ਮੈਨੂੰ ਆਪਣੀ ਸ਼ਰਨ 'ਚ ਰੱਖੋ। ਸਤਿਗੁਰੂ ਜੀ ਨੇ ਖਜ਼ਾਨਚੀ ਨੂੰ ਹੁਕਮ ਕੀਤਾ ਕਿ 5 ਰੁਪਏ ਰੋਜ਼ਾਨਾ ਇਹਨੂੰ ਦੇਣੇ ਹਨ। ਇਹ ਰੋਜ਼ ਆਉਂਦਾ, ਸਤਿਗੁਰਾਂ ਕੋਲ ਬੈਠਦਾ, ਚੌਪੜ ਖੇਡਦਾ ਹੈ। ਕੁਝ ਦਿਨਾਂ ਵਿੱਚ ਸਤਿਗੁਰਾਂ ਦੇ ਕੋਲ ਦਰਬਾਰ ਵਿੱਚ ਸਭ ਦਾ ਭੇਤੀ ਹੋ ਗਿਆ। ਸਿੰਘਾਂ ਨੇ ਵੀ ਇਹਦੇ ਤੇ ਯਕੀਨ ਕਰ ਲਿਆ ਵੀ ਚਲੋ ਰੋਜ਼ ਆਉਂਦਾ। ਇੱਕ ਦਿਨ ਸ਼ਾਮ ਦਾ ਸਮਾਂ ਸੀ, ਸਤਿਗੁਰੂ ਜੀ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਬਾਅਦ ਆਪਣੇ ਤੰਬੂ ਵਿੱਚ ਬਿਰਾਜਮਾਨ ਸੀ। ਸਿੰਘ ਸਾਰੇ ਆਪੋ ਆਪਣੇ ਕੰਮਾਂ ਵਿੱਚ, ਕੋਈ ਘੋੜਿਆਂ ਨੂੰ ਪੱਠੇ ਪਾ ਰਿਹਾ, ਕੋਈ ਲੰਗਰ ਤਿਆਰ ਕਰ ਰਿਹਾ। ਇਹ ਗੁਲ ਖਾਂ ਤੇ ਜਮਸ਼ੇਦ ਖਾਂ ਮਹਾਰਾਜ ਜੀ ਦੇ ਕੋਲ ਤੰਬੂ ਵਿੱਚ ਪਹੁੰਚੇ। ਸਿੰਘਾਂ ਨੇ ਬੇਪਰਵਾਹੀ ਕੀਤੀ ਕਿ ਚਲੋ ਅੱਗੇ ਵੀ ਰੋਜ਼ ਆਉਂਦੇ ਨੇ, ਅੱਜ ਵੀ ਆਏ ਨੇ, ਤੋ ਸਤਿਗੁਰਾਂ ਦੇ ਤੰਬੂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਕੋਲ ਕੁਝ ਸਮੇਂ ਲਈ ਬੈਠੇ ਨੇ। ਪਾਲੀਪੁਰ ਨਗਰ ਦੇ ਇੱਕ ਗੁਰਸਿੱਖ ਨੇ 2 ਕਟਾਰਾਂ ਸਤਿਗੁਰਾਂ ਨੂੰ ਭੇਟ ਕੀਤੀਆਂ ਸਨ। एक कटार गुल खां नूं कढ के फड़ाई। महाराज जी पुछदे आ गुल खान
ਤੇਰਾ ਦੁਸ਼ਮਣ ਤੇਰੀਆਂ ਅੱਖਾਂ ਦੇ ਸਾਹਮਣੇ ਹੋਵੇ ਤੇ ਕਟਾਰ ਤੇਰੇ ਹੱਥ ਵਿੱਚ ਹੋਵੇ ਤੇ ਤੇਰੇ ਕੋਲ ਮੌਕਾ ਹੋਵੇ ਉਹਨੂੰ ਮਾਰਨ ਦਾ, ਤੇ ਕੀ ਉਹ ਬਚ ਸਕਦਾ? ਕਹਿੰਦਾ ਇੱਕੋ ਵਾਰ ਕਰਾਂਗਾ ਤੇ ਮੈਂ ਉਹਦੇ ਪ੍ਰਾਣ ਕੱਢ ਲਵਾਂਗਾ। ਸਤਿਗੁਰੂ ਜੀ ਨੇ ਨੇਤਰ ਬੰਦ ਕੀਤੇ ਨੇ, ਸੋਚਿਆ ਕਿ ਸ਼ਾਇਦ ਊਂਘ ਆ ਗਈ ਹੈ, ਗੁਰੂ ਜੀ ਨੂੰ ਨੀਂਦ ਆ ਗਈ ਹੈ। ਇਹਨੇ ਡਰਦੇ ਡਰਦੇ ਨੇ ਵਾਰ ਕੀਤਾ, ਪਹਿਲਾ ਵਾਰ ਖਾਲੀ ਚਲਾ ਗਿਆ। ਸਤਿਗੁਰਾਂ ਦੇ ਦਿਲ ਵਾਲੀ ਜਗ੍ਹਾ ਨੂੰ ਤੱਕ ਕੇ ਦੂਜਾ ਵਾਰ ਕੀਤਾ ਤੇ ਹੱਥ ਕੰਬਿਆ ਤੇ ਵੱਖੀ ਵਿੱਚ ਇਹਦੀ ਕਟਾਰ ਦਾ ਵਾਰ ਸਤਿਗੁਰਾਂ ਦੀ ਵੱਖੀ ਵਿੱਚ ਵੱਜਾ। ਦੂਜੀ ਕਟਾਰ ਸਤਿਗੁਰਾਂ ਦੇ ਹੱਥ ਵਿੱਚ ਸੀ। ਮਹਾਰਾਜ ਜੀ ਦੇ ਨਾਲ ਹੀ ਵਾਰ ਕੀਤਾ ਤੇ ਗੋਲ ਖਾਂ ਨੂੰ ਮਾਰ ਕੇ ਜ਼ਮੀਨ ਤੇ ਸੁੱਟ ਦਿੱਤਾ। ਜਮਸ਼ੇਦ ਖਾਂ ਬਾਹਰ ਨੂੰ ਭੱਜਿਆ। ਗੁਰਦੇਵ ਨੇ ਆਵਾਜ਼ ਮਾਰੀ, ਕੋਈ ਹੈ? ਭਾਈ ਲੱਖਾ ਸਿੰਘ ਨਗਾਰਚੀ ਸੀ ਸਤਿਗੁਰਾਂ ਦਾ। ਉਹਨੇ ਵੇਖਿਆ ਵੀ ਇਹ ਮਲੇਛ ਬਾਹਰ ਭੱਜ ਕੇ ਜਾ ਰਿਹਾ। ਉਹਨੇ ਤਲਵਾਰ ਦਾ ਵਾਰ ਕੀਤਾ, ਜਮਸ਼ੇਦ ਖਾਂ ਨੂੰ ਮਾਰ ਦਿੱਤਾ। ਅੰਦਰ ਆਏ, ਗੁਲ ਖਾਂ ਨੂੰ ਮਾਰਨ ਲੱਗੇ ਤੇ ਮਹਾਰਾਜ ਜੀ ਆਖਿਆ, ਇਹਨੂੰ ਮਰੇ ਨੂੰ ਕੀ ਮਾਰਨਾ, ਇਹ ਤਾਂ ਮਰਿਆ ਪਿਆ ਹੈ। ਰੋਸ਼ਨੀ ਕੀਤੀ, ਕਿਉਂਕਿ ਹਨੇਰਾ ਪੈ ਚੁੱਕਾ ਸੀ। ਵੇਖਿਆ ਸਤਿਗੁਰਾਂ ਦੇ ਸਰੀਰ ਤੇ ਪਾਏ ਬਸਤਰ ਖੂਨ ਨਾਲ ਲੱਥਪੱਥ ਹਨ। ਸਿੰਘਾਂ ਦਾ ਮਨ ਇੱਕਦਮ ਵਿਆਕੁਲ ਹੋ ਉੱਠਿਆ। ਸਤਿਗੁਰਾਂ ਦੇ ਤਨ ਤੇ ਇਹੋ ਜਿਹਾ ਗਹਿਰਾ ਜ਼ਖਮ ਵੇਖਿਆ। ਜਰਾ ਲਿਆ ਕੇ ਟਾਂਕੇ ਲਾਏ, ਤੋਪੇ ਲਾਏ। ਬਾਦਸ਼ਾਹ ਬਹਾਦਰ ਸ਼ਾਹ ਨੂੰ ਪਤਾ ਲੱਗਾ, ਇਹਨੇ ਆਪਣੇ 2 ਡਾਕਟਰ, ਅੰਗਰੇਜ਼ ਡਾਕਟਰ ਭੇਜੇ। ਉਹਨਾਂ ਨੇ ਵੀ ਆ ਕੇ ਮਲਮ ਪੱਟੀ ਕਰਕੇ ਇਲਾਜ ਕੀਤਾ। ਕੁਝ ਸਮਾਂ ਬੀਤਿਆ, ਬਾਹਰੋਂ ਜ਼ਖਮ ਰਾਜੀ ਹੋ ਗਿਆ ਪਰ ਅੰਦਰੋਂ ਕੱਚਾ ਸੀ। ਬਹਾਦਰ ਸ਼ਾਹ ਦੇ 2 ਅਹਿਲਕਾਰ ਆਏ ਖਬਰ ਲੈਣ ਵਾਸਤੇ। ਸਤਿਗੁਰਾਂ ਦੀ ਦਰਬਾਰ 'ਚ ਪੁੱਜੇ ਤੇ ਸਤਿਗੁਰੂ ਜੀ ਇੱਕ ਆਸਣ ਤੇ ਗੁਰਦੇਵ ਬੈਠੇ ਨੇ, ਨਾਲ ਇੱਕ ਵੱਡਾ ਪਲੰਗ ਹੈ, ਉਹਦੇ ਤੇ ਸਤਿਗੁਰਾਂ ਦੇ ਸ਼ਸਤਰ ਪ੍ਰਕਾਸ਼ ਨੇ। ਉਹਦੇ ਤੇ ਵੀ ਚੰਦੋਆ ਲੱਗਾ, ਚਬਰ ਸਾਹਿਬ ਝੁਲਦਾ ਹੈ। 2 ਕਮਾਨਾਂ ਪਈਆਂ ਨੇ, ਤਲਵਾਰ ਪਈ ਆ, ਹੋਰ ਸ਼ਸਤਰ ਪਏ ਨੇ ਸਤਿਗੁਰਾਂ ਦੇ ਗਾਤਰੇ ਦੇ। ਉਹ ਅਹਿਲਕਾਰ ਵੇਖ ਕੇ ਆਪਸ ਵਿੱਚ ਗੱਲਾਂ ਕਰਦੇ ਨੇ, ਇਹੋ ਜਿਹੀਆਂ ਵੱਡੀਆਂ ਕਮਾਨਾਂ ਕੌਣ ਚਲਾ ਸਕਦਾ ਹੈ? ਦੂਜਾ ਕਹਿੰਦਾ, ਗੁਰੂ ਪੀਰ ਨੇ ਲੋਕਾਂ ਨੂੰ ਵਿਖਾਉਣ ਵਾਸਤੇ ਰੱਖ ਲੈਂਦੇ ਐ, ਲੋਕ ਵੇਖ ਕੇ ਪੂਜਾ ਕਰਦੇ ਐ। ਸਤਿਗੁਰੂ ਜੀ ਜਾਣ ਗਏ ਵੀ ਇਹਨਾਂ ਨੇ ਸ਼ੰਕਾ ਕੀਤਾ ਹੈ। ਜਾਪਦਾ ਹੈ ਕਿ ਚਮਕੌਰ ਦੀ ਜੰਗ ਵਿੱਚ ਹਾਜ਼ਰ ਨਹੀਂ ਸਨ। ਜੇ ਹੁੰਦੇ ਤੇ ਇਹਨਾਂ ਨੇ ਜਾਣ ਲੈਣਾ ਸੀ ਕਿ ਇਸ ਕਮਾਨ ਚੋਂ ਨਿਕਲੇ ਤੀਰ ਕਿਵੇਂ ਵੈਰੀਆਂ ਦੇ ਸੀਨਿਆਂ ਤੇ ਹਿੱਕਾਂ ਨੂੰ ਚੀਰ ਕੇ ਪਾਰ ਨਿਕਲਦੇ ਹਨ। ਗੁਰਦੇਵ ਨੇ ਇਹਨਾਂ ਦਾ ਸ਼ੰਕਾ ਨਿਵਾਰਨ ਲਈ ਉਹ 2ਵੇਂ ਕਮਾਨਾਂ ਚੁੱਕੀਆਂ। ਕਮਾਨਾਂ ਦੀਆਂ ਮੁੱਠਾਂ ਜਿਹੜੀਆਂ ਨੇ ਦੋਵਾਂ ਦੀਆਂ ਇੱਕ ਹੱਥ ਵਿੱਚ ਪਕੜੀਆਂ, ਦੂਜੀ ਨਾਲ ਤੰਦੀਆਂ ਖਿੱਚੀਆਂ। 3-4 ਵਾਰੀ ਤੰਦੀ ਖਿੱਚ ਕੇ ਦੋਨਾਂ ਕਮਾਨਾਂ ਦੇ ਬਾਲੇ ਕੱਢੇ। ਸਰੀਰ ਦਾ ਜ਼ੋਰ ਲੱਗਾ ਤੇ ਫਿਰ ਉਹ ਜ਼ਖਮ ਜਿਹੜਾ ਸੀ ਮਹਾਰਾਜ ਜੀ ਦਾ ਕੱਚਾ ਜ਼ਖਮ ਸੀ, ਉਹ ਦੁਬਾਰਾ ਨਵੇਂ ਸਿਰਿਓਂ ਫਟ ਗਿਆ। ਖੂਨ ਦੀ ਤਤੀਰੀ ਵਗੀ। ਅਹਿਲਕਾਰ ਜਿਹੜੇ ਬਹਾਦਰ ਸ਼ਾਹ ਦੇ ਆਏ ਹੋਏ ਉਹ ਵੀ ਨਮਸਕਾਰ ਕਰਕੇ ਚਲੇ ਗਏ। ਸਿੰਘਾਂ ਨੇ ਆਖਿਆ, ਮਹਾਰਾਜ ਇਹ ਕੀ ਖੇਡ ਵਰਤਾਈ? ਆਪ ਜੀ ਨੂੰ ਪਤਾ ਸੀ ਸਰੀਰ ਦੇ ਉੱਤੇ ਜ਼ਖਮ ਹੈ। ਸਾਹਿਬ ਜੀ ਨੇ ਆਖਿਆ, ਇਹ ਸ਼ੰਕਾ ਕਰਦੇ ਸਨ, ਇਹਨਾਂ ਦਾ ਸ਼ੰਕਾ ਦੂਰ ਕੀਤਾ ਹੈ। ਨਾਲੇ ਸਾਡੀ ਖੇਡ ਵਰਤਾਉਣ ਦਾ ਸਮਾਂ ਆ ਗਿਆ। ਅਸੀਂ ਸੱਚਖੰਡ ਦੇ ਤਿਆਰੇ ਕਰ ਲਏ ਹਨ। ਪਿਆਰੇ ਭਾਈ ਦਇਆ ਸਿੰਘ ਜੀ ਨੂੰ ਸੁਨੇਹਾ ਭੇਜ ਦਿੱਤਾ ਹੈ। ਜਦੋਂ ਭਾਈ ਦਇਆ ਸਿੰਘ ਜੀ ਸੱਚਖੰਡ ਜਾਣ ਲੱਗੇ ਨਾ, ਤੇ ਕਲਗੀਧਰ ਜੀ ਨੇ ਕਿਹਾ ਸੀ, ਦਇਆ ਸਿੰਘ ਜੀ ਸਾਡਾ ਸੁਨੇਹਾ ਲੈਂਦੇ ਜਾਓ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਟ ਖੇੜਿਆਂ ਦਾ ਰਹਿਣਾ। ਇਹ ਪਾਵਨ ਵਚਨ ਗੁਰਦੇਵ ਨੇ ਪਹਿਲਾਂ ਹੀ ਉਚਾਰੇ ਸਨ। ਹੁਣ ਸਾਡੇ ਤਿਆਰੇ ਹਨ, ਅਸੀਂ ਸੱਚਖੰਡ ਜਾਣਾ ਹੈ। ਹੁਕਮ ਹੋਇਆ, ਗੁਰਦੁਆਰਾ ਗੋਬਿੰਦ ਬਾਗ ਸਾਹਿਬ ਤੋਂ ਚੰਦਨ ਦੀ ਲੱਕੜ ਲਿਆਂਦੀ,
ਤਖਤ ਸਾਹਿਬ ਵਾਲੇ ਪਾਵਨ ਸਥਾਨ ਤੇ ਜਿੱਥੇ ਅੱਜ ਕੱਲ੍ਹ ਸ਼ਸਤਰਾਂ ਦਾ ਪ੍ਰਕਾਸ਼ ਹੈ, ਇੱਥੇ ਅੰਗੀਠਾ ਬਣਾਇਆ ਗਿਆ, ਤੰਬੂ ਕਨਾਤਾਂ ਚਾਰੇ ਪਾਸੇ ਲਾਈਆਂ ਗਈਆਂ। ਜਿਹੜੀ ਰਾਤ ਲੰਘ ਕੇ ਗਈ ਹੈ, ਸਾਰੀ ਰਾਤ ਰੱਬੀ ਕੀਰਤਨ ਹੁੰਦਾ ਰਿਹਾ। ਅੰਮ੍ਰਿਤ ਵੇਲੇ ਸਾਰੇ ਸਿੰਘਾਂ ਦੇ ਵੇਖਦਿਆਂ ਸਤਿਗੁਰੂ ਜੀ ਸੱਚਖੰਡ ਵੱਲ, ਚਿਖਾ ਵੱਲ ਗਏ ਨੇ, ਅੰਗੀਠੇ ਵੱਲ ਗਏ ਨੇ। ਵੇਖਦਿਆਂ ਵੇਖਦਿਆਂ ਸਿੰਘਾਂ ਦੀਆਂ ਅੱਖਾਂ ਤੋਂ ਅਲੋਪ ਹੋਏ। ਅੰਗੀਠੇ ਤੇ ਬੈਠੇ ਯੋਗ ਅਗਨੀ ਦੁਆਰਾ ਅਗਨੀ ਪ੍ਰਚੰਡ ਹੋਈ, ਅੰਗੀਠਾ ਆਪਣੇ ਆਪ ਹੀ ਪ੍ਰਚੰਡ ਹੋ ਗਿਆ। ਸਿੰਘਾਂ ਦੇ ਮਨ ਵਿਰਾਗ ਵਿੱਚ ਸਨ ਕਿ ਬਾਜਾਂ ਵਾਲੇ ਸਤਿਗੁਰੂ ਸਾਨੂੰ ਛੱਡ ਕੇ ਇਕੱਲਿਆਂ ਨੂੰ ਚਲੇ ਗਏ ਨੇ। ਵਿਰਾਗ ਵਿੱਚ ਨੇ। ਇੰਨੇ ਨੂੰ ਦਿਨ ਚੜਿਆ ਤੇ ਤਬੇਲੇ ਚੋਂ ਜਿਹੜਾ ਸਤਿਗੁਰਾਂ ਦੇ ਘੋੜੇ ਦੀ ਸੇਵਾ ਕਰਦਾ ਸੀ ਸਿੰਘ ਭੱਜਿਆ ਆਇਆ, ਆਖਿਆ ਖਾਲਸਾ ਜੀ, ਗੁਰੂ ਸਾਹਿਬ ਦਾ ਕੁਬੈਤ ਰੰਗ ਦਾ ਘੋੜਾ ਤਬੇਲੇ ਵਿੱਚ ਨਹੀਂ ਹੈ। ਦਰਵਾਜ਼ੇ ਬੰਦ ਨੇ, ਕਾਠੀ ਵੀ ਨਹੀਂ, ਤਾਰੂ ਵੀ ਨਹੀਂ, ਲਗਾਮ ਵੀ ਨਹੀਂ। ਘੋੜਾ ਆਪਣੇ ਆਪ ਅੰਦਰੋਂ ਅਲੋਪ ਹੋ ਗਿਆ। ਮੀਰ ਸ਼ਿਕਾਰੀ ਆਇਆ, ਕਹਿੰਦਾ ਜੀ ਬਾਜ ਵੀ ਨਹੀਂ ਹੈ ਅੱਡੇ ਤੇ। ਸਿੰਘਾਂ ਜਾਣਿਆ ਕਿ ਸਤਿਗੁਰੂ ਸਣੇ ਘੋੜੇ ਸਣੇ ਬਾਜ। ਜਦੋਂ ਅੰਗੀਠਾ ਫਰੋਲਿਆ ਤੇ ਅੰਗੀਠੇ ਦੇ ਵਿੱਚੋਂ ਵੀ ਕੁਝ ਨਹੀਂ ਮਿਲਿਆ, ਕੇਵਲ ਇੱਕ ਛੋਟੀ ਸ਼੍ਰੀ ਸਾਹਿਬ ਦੇ। ਸਿੰਘਾਂ ਜਾਣ ਲਿਆ ਕਿ ਸਤਿਗੁਰੂ ਜੀ ਸਣੇ ਦੇ ਸੱਚਖੰਡ ਗਏ ਹਨ। ਇਤਨੇ ਨੂੰ ਜੰਗਲ ਵਿੱਚ ਲੱਕੜਾਂ ਚੁਗਦੇ ਇੱਕ ਸਿੰਘ ਨੂੰ ਦਰਸ਼ਨ ਦਿੱਤੇ। ਆਖਿਆ ਜਾ ਕੇ ਸਿੰਘਾਂ ਨੂੰ ਆਖੋ ਵੈਰਾਗ ਨਾ ਕਰਨ, ਅਸੀਂ ਕਿਤੇ ਨਹੀਂ ਗਏ, ਅਸੀਂ ਆਪਣੇ ਪੰਥ ਵਿੱਚ ਸਦਾ ਵਸਦੇ ਹਾਂ। ਪਰ ਹਾਂ, ਹੁਣ ਸਾਡੇ ਦਰਸ਼ਨ ਹਰ ਇੱਕ ਨੂੰ ਨਹੀਂ ਹੋਣਗੇ, ਹੁਣ ਸਾਡੇ ਦਰਸ਼ਨ ਕੇਵਲ ਭਾਵਨਾ ਵਾਲੇ ਗੁਰਸਿੱਖਾਂ ਨੂੰ ਹੋਣਗੇ। ਉਹ ਸਿੰਘ ਆਇਆ, ਆਖਿਆ ਸਿੰਘੋ ਤੁਸੀਂ ਵੈਰਾਗ ਵਿੱਚ ਬੈਠੇ ਹੋ? ਕਹਿੰਦੇ ਹਾਂ ਜੀ, ਕਲਗੀਧਰ ਸੱਚਖੰਡ ਚਲੇ ਗਏ। ਨਾ, ਝੂਠ ਕਿਉਂ ਬੋਲਦੇ ਹੋ? ਸਤਿਗੁਰੂ ਜੀ ਤਾਂ ਮੈਨੂੰ ਹੁਣੇ ਜੰਗਲ ਵਿੱਚ ਮਿਲੇ ਹਨ, ਮੈਨੂੰ ਦਰਸ਼ਨ ਦੇ ਕੇ ਕਰਤਾਰਥ ਕੀਤਾ। ਇੱਕਦਮ ਸਿੰਘਾਂ ਦੇ ਮਨਾਂ ਨੂੰ ਥੋੜਾ ਜਿਹਾ ਧੀਰਜ ਵੀ ਹੋਇਆ ਕਿ ਸਤਿਗੁਰੂ ਜੀ ਦੀ ਆਪਣੀ ਖੇਡ ਹੈ, ਸਤਿਗੁਰਾਂ ਦਾ ਆਪਣਾ ਚੋਜ ਹੈ, ਕੌਤਕ ਹੈ। ਸਤਿਗੁਰੂ ਜੀ ਕਿਤੇ ਨਹੀਂ ਗਏ, ਆਪਣੇ ਪੰਥ ਵਿੱਚ ਆਪਣੇ ਖਾਲਸੇ ਵਿੱਚ ਵਸਦੇ ਹੈ। ਗੁਰਦੇਵ ਨੇ ਆਪਣੇ ਉਹਨਾਂ ਬਚਨਾਂ ਨੂੰ ਸਾਰਥਕ ਕੀਤਾ ਹੈ ਜੋ ਆਪ ਗੁਰਦੇਵ ਨੇ ਮੁਖੋਂ ਫਰਮਾਇਆ ਹੈ, ਜਬ ਆਪ ਕੀ ਔਧ ਨਿਦਾਨ ਬਨੈ ਅਤ ਹੀ ਰਣ ਮੈਂ ਤਬ ਜੂਝ ਮਰੂੰ। ਸ਼ਸਤਰ ਵੱਜਿਆ ਤਨ ਤੇ। ਕਲਗੀਧਰ ਪਾਤਸ਼ਾਹ ਨੇ ਉਸੇ ਕਾਰਨ ਕਰਕੇ ਸਰੀਰ ਤਿਆਗਿਆ ਹੈ। ਇੱਕ ਪ੍ਰਕਾਰ ਦਾ ਜੂਝ ਕੇ ਹੀ ਗੁਰਦੇਵ ਨੇ ਸਰੀਰ ਤਿਆਗਿਆ ਹੈ। ਇਹ ਖੇਡ ਮਹਾਰਾਜ ਗੁਰੂ ਕਲਗੀਧਰ ਸਵਾਮੀ ਜੀ ਦੀ ਅੱਜ ਕੱਤਕ ਸੁਦੀ ਪੰਚਮੀ ਦਾ ਦਿਨ ਹੈ। ਕੱਤਕ ਸੁਦੀ ਦੂਜ ਵਾਲੇ ਦਿਨ ਮਹਾਰਾਜ ਜੀ ਨੇ ਗੁਰਤਾ ਗੱਦੀ ਦਿੱਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਔਰ ਪੰਚਮੀ ਵਾਲੇ ਦਿਨ ਸਤਿਗੁਰੂ ਜੀ ਨੇ ਸੱਚਖੰਡ ਪਿਆਨਾ ਕੀਤਾ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੱਚਖੰਡ ਗਮਨ ਤੇ ਜੋਤੀ ਜੋਤ ਸਮਾਵਣੇ ਤੇ ਗੁਰਦੇਵ ਦੇ ਪਵਿੱਤਰ ਚਰਨਾਂ ਵਿੱਚ ਕੋਟੀ ਕੋਟੀ ਪ੍ਰਣਾਮ ਤੇ ਨਮਸਕਾਰ ਹੈ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ, ਪਾਪ ਹੀ ਪ੍ਰਪੱਕ ਜਾਤੇ ਧਰਮ ਤਸਕ ਜਾਤੇ, ਬਰਨ ਗਰਕ ਜਾਤੇ ਸਾਹਿਤ ਵਿਧਾਨ ਕੀ, ਦੇवी देव देहोरे संतोख सिंह दूर होते, रीत मिट जाती कथा बेदन पुराण की। श्री गुरु गोविंद सिंह पावन परम सूर, मूरत न होती जो पै करुणा निधान की। ऐसे बाजा वाले गुरु कलगीधर स्वामी श्री गुरु गोबिंद सिंह साहब जी महाराज साडे सारिਆਂ ਤੇ ਆਪਣੀ दया दृष्टि रखन, अपने चरना कमलों की प्रीति ते भय भाव ने बख्शिश करन। आओ जगत गुरु गुरु नानक साहब जी दे पवित्र पावन इतिहास की चल रही लड़ीवार कथा सरवण करिए। गुरुदेव ने पंडित हरदयाल जी नूं उपदेश दिता, दसिया है सच्चा जनेऊ किहड़ा है, जिस जनेऊ नूं धारण कीतियां लोक परलोक दोहां जहानां विच शोभा हुंदी है। वो पावन कथा आप जी ने पिछलियां प्रसंगां च सरवण कीती है। आओ अगला प्रसंग प्रारंभ हो रहा है। सरवण करन तो पहला अपनियां हाजरियां सतगुरु जी दे पवित्र चरनां विच लवाउंदिआं रसना पवित्र करदिआं आखो जी सतनाम श्री वाहे गुरु साहिब जी। सतनाम
ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਸਵਈਆ। ਬਾਰ ਆਨੰਦ ਤੇ ਬਾਰ ਦੇਹੋ ਗੁਰੂ। ਮਹਾਰਾਜ ਜੀ ਮਹਾਕਵੀ ਭਾਈ ਸੰਤੋਖ ਸਿੰਘ ਜੀ ਬੇਨਤੀ ਕਰਕੇ ਵਰ ਮੰਗਦੇ, ਬਾਰ ਆਨੰਦ ਤੇ ਬਾਰ ਦੇਹੋ ਗੁਰੂ। ਹੇ ਗੁਰੂ ਨਾਨਕ ਸਾਹਿਬ, ਆਪਣੇ ਸ੍ਰੇਸ਼ਟ ਮੁਖ ਤੋਂ ਮੈਨੂੰ ਸ੍ਰੇਸ਼ਟ ਵਰ ਦਿਓ। ਵਰ ਮੰਗਣਾ ਨਾ ਸਤਿਗੁਰਾਂ ਕੋਲੋਂ, ਤੇ ਆਹ ਵਰ ਮੰਗਦੇ ਆ ਮਹਾਕਵੀ ਜੀ। ਜਿਹੜਾ ਕਾਰਜ ਕਰ ਰਹੇ ਨੇ, ਕਥਾ ਲਿਖ ਰਹੇ ਨੇ, ਇਹਦੇ ਪ੍ਰਤੀ ਵਰ ਮੰਗਦੇ। ਹੇ ਗੁਰਦੇਵ, ਆਪਣੇ ਸ੍ਰੇਸ਼ਟ ਮੁਖ ਤੋਂ ਮੈਨੂੰ ਸ੍ਰੇਸ਼ਟ ਵਰ ਦਾ ਦਾਨ ਬਖਸ਼ੋ। ਪਰ ਗ੍ਰੰਥ ਸੰਪੂਰਨ ਹੋਏ ਅਬੈ। ਆ ਜੋ ਸ੍ਰੇਸ਼ਟ ਗ੍ਰੰਥ ਮੈਂ ਗੁਰੂ ਸਾਹਿਬ ਜੀ ਤੁਹਾਡੇ ਇਤਿਹਾਸ ਦਾ ਲਿਖ ਰਿਹਾ, ਕਥਾ ਦਾ ਲਿਖ ਰਿਹਾ, ਮੈਨੂੰ ਇਹ ਵਰ ਦਿਓ ਕਿ ਇਹ ਗ੍ਰੰਥ ਨਿਰਵਿਘਨਤਾ ਸਹਿਤ ਸੰਪੂਰਨ ਹੋ ਜਾਏ। ਇਹ ਕਾਰਜ ਕਿਤੇ ਮੇਰੇ ਕੋਲੋਂ ਅਧੂਰਾ ਨਾ ਰਹਿ ਜਾਏ। ਬੜਾ ਵੱਡਾ ਕਾਰਜ ਸੀ ਖਾਲਸਾ ਜੀ। 10 ਪਾਤਸ਼ਾਹੀਆਂ ਦਾ ਇਤਿਹਾਸ ਲਿਖਣਾ, ਤਕਰੀਬਨ 4-5 ਸਾਲ ਦਾ ਸਮਾਂ ਲੱਗਦਾ। ਰੋਜ਼ਾਨਾ ਕਥਾ ਹੁੰਦੀ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 5 ਸਰੂਪ ਬਣਦੇ ਆ। ਇਤਨਾ ਲੰਮੇਰਾ ਇਤਿਹਾਸ ਹੈ ਤੇ ਬੜੀ ਮਿਹਨਤ ਨਾਲ ਲਿਖਣਾ ਪੈਣਾ ਸੀ। ਬੜਾ ਵੱਡਾ, ਛੋਟਾ ਜੀ ਕਿਸੇ ਨੇ ਐਪਲੀਕੇਸ਼ਨ ਲਿਖਣੀ ਹੋਵੇ ਨਾ, ਕਈ ਵਾਰੀ ਸੋਚਦਾ, ਕਈਆਂ ਕੋਲੋਂ ਪੁੱਛਦਾ ਕਿਵੇਂ ਲਿਖਾਂ, ਕੀ ਲਿਖਾਂ। ਇਹ ਤਾਂ ਐਡਾ ਵੱਡਾ ਇਤਿਹਾਸ ਲਿਖਣਾ ਸੀ, ਕਿੱਡਾ ਵੱਡਾ ਕਾਰਜ ਹੈ। ਭਾਈ ਸਾਹਿਬ ਵਰ ਮੰਗਦੇ ਆ, ਮਹਾਰਾਜ ਮੈਨੂੰ ਵਰ ਦਿਓ ਕਿ ਤੁਹਾਡੀ ਇਹ ਕਥਾ ਦਾ ਜਿਹੜਾ ਸ੍ਰੇਸ਼ਟ ਗ੍ਰੰਥ ਮੈਂ ਲਿਖ ਰਿਹਾ, ਇਹ ਮੇਰੇ ਕੋਲੋਂ ਸੰਪੂਰਨ ਲਿਖਿਆ ਜਾਵੇ। ਬਲ ਜਾਏ ਕਵੀ ਤੁਮਰੋ ਬਲ ਪਾਏ। ਮਹਾਰਾਜ ਮੈਂ ਤੁਹਾਡੇ ਤੋਂ ਬਲਿਹਾਰ ਜਾਂਦਾ ਹਾਂ। ਮਹਾਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ, ਤੁਹਾਡਾ ਬਲ ਪ੍ਰਾਪਤ ਕਰਕੇ ਕਰੋ ਕਵਿਤਾ ਸ਼ੁਭ ਛੰਦ ਸਬੈ। ਮੈਂ ਇਹ ਕਵਿਤਾ ਲਿਖਦਾ ਹਾਂ, ਸ਼ੁਭ ਛੰਦ, ਸ਼ੁਭ ਬੰਦ, ਸਵਈਏ ਕਵਿਤ ਚੋਪਈਆਂ ਦੋਹਰੇ, ਮੈਂ ਤੁਹਾਡੇ ਬਲ ਨੂੰ ਪ੍ਰਾਪਤ ਕਰਕੇ ਲਿਖਦਾ ਹਾਂ। ਬਲਹੀਨ ਕਰੋ ਬਿਗਨਾ ਸਭ ਹੀ। ਮਹਾਰਾਜ ਜਿਹੜੇ ਮੇਰੇ ਵਿਗਨ ਨੇ ਅੱਗੇ ਗ੍ਰੰਥ ਲਿਖਣ ਵਿੱਚ ਆਉਣ ਵਾਲੇ, ਉਹਨਾਂ ਵਿਗਨਾਂ ਨੂੰ ਬਲਹੀਣਾ ਕਰ ਦਿਓ, ਯਾਨੀ ਕਿ ਵਿਗਨਾਂ ਦਾ ਨਿਵਾਰਨ ਕਰ ਦਿਓ। ਗੁਰ ਕੀਰਤ ਗ੍ਰੰਥ ਸੋ ਹੋਏ ਤਬੈ। ਇਹ ਸਤਿਗੁਰੂ ਜੀ, ਜਦੋਂ ਤੁਸੀਂ ਵਿਗਨਾਂ ਨੂੰ ਦੂਰ ਕਰੋਗੇ ਨਾ, ਤੁਹਾਡੀ ਕੀਰਤੀ ਦਾ, ਤੁਹਾਡੀ ਉਪਮਾ ਦਾ ਇਹ ਗ੍ਰੰਥ ਤਾਂ ਹੀ ਸੰਪੂਰਨ ਹੋਵੇਗਾ। ਇਹ ਗ੍ਰੰਥ ਤਾਂ ਹੀ ਸੰਪੂਰਨ ਲਿਖਿਆ ਜਾਵੇਗਾ। ਬਿਗਨਾ ਤਮ ਰੂਪ ਅਮਾਵਸ਼ ਕੋ। ਜਿਹੜੇ ਬਿਗਨਾ ਤਮ ਦਾ ਮਤਲਬ ਹੁੰਦਾ ਹੈ ਵਿਗਨਾ ਦਾ ਜਿਹੜਾ ਹਨੇਰਾ ਹੈ ਨਾ, ਅਮਾਵਸ ਦੀ ਰਾਤ ਵਾਂਗੂ ਹੈ। ਇਹ ਗ੍ਰੰਥ ਦੂਤੀ ਦੁੱਤ ਚੰਦ ਫਬੈ। ਔਰ ਇਹ ਪਾਵਨ ਗ੍ਰੰਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਕਹਿੰਦੇ ਦੂਜ ਦਾ ਚੰਦਰਮਾ ਹੈ ਉਸ ਅਮਾਵਸ ਦੇ ਹਨੇਰੇ ਵਾਸਤੇ। ਬਿਗਨਾ ਤਮ ਵਿਸ਼ਿਆਂ ਵਿਕਾਰਾਂ ਦੇ ਜਾਂ ਬਿਗਨਾ ਦੇ ਹਨੇਰੇ ਲਈ ਇਹ ਗ੍ਰੰਥ ਦੂਜ ਦੇ ਚੰਦਰਮਾ ਵਾਂਗੂ ਪ੍ਰਕਾਸ਼ ਕਰਨ ਵਾਲਾ ਹੈ। ਸ਼੍ਰੀ ਬਾਲਾ ਸੰਧੂਰ ਵਾਚ ਦੋਹਰਾ। तेह पाछे श्री सतगुरु कर बहु अपन दुराव। कहते जदों पंडित हरदयाल नूं सतगुरां उपदेश दिता ना, उस तो बाद सतगुरु सच्चे पातशाह जी ने अपना आप छुपा लिया, क्योंकि खालसा जी रब दी भगती करन वाले, बंदगी करन वाले अपना आप प्रगट नहीं करना चाहते, वो छुपा के रखते हैं। भाई वीर सिंह जी का कथन है, मेरी छुपे रहन दी चाह ते छुप टुर जान दी, पूरी हुंदी ना मैं तरले लै रहा, मेरी छुपी रहे गुलजार मैं नीवा उगया, जिन हर पाया तिने छुपाया। सतगुरु जी ने जदों पंडित नूं उपदेश दिता हरदयाल जी नूं जनेऊ प्रति, तो उस वक्त बाद विच गुरुदेव ने कुछ अपना आप छुपा लिया, चुप रहिंदे आ गुरुदेव जी। मत स्वभाव आनंद मह कर है न कछु लखाव। महाराज जी बड़ी आनंदमयी मत दे विच विलीन रहिंदे ने और अपना आप किते नहीं जणाउंदे।
ਕਿਤੇ ਵੀ ਸਤਿਗੁਰੂ ਜੀ ਆਪਣਾ ਆਪ ਪ੍ਰਗਟ ਨਹੀਂ ਕਰਦੇ। ਚੌਪਈ ਉਦਾਸੀਨ ਬ੍ਰਿਤ ਰਹਿ ਅਰੂੜਾ। ਹਮੇਸ਼ਾ ਉਦਾਸੀਨਤਾ ਦੀ ਬਿਰਤੀ ਵਿੱਚ, ਵੈਰਾਗਮਈ ਬਿਰਤੀ ਵਿੱਚ, ਉਪਰਾਮਤਾ ਦੀ ਬਿਰਤੀ ਵਿੱਚ ਮਹਾਰਾਜ ਜੀ ਸਵਾਰ ਰਹਿੰਦੇ ਹਨ। ਜਾਂ ਤੇ ਲਖ ਨ ਸਕਹਿ ਨਰ ਮੂੜਾ। ਜਿਹੜੇ ਮੂਰਖ ਲੋਕ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਗਾਧ ਬੋਧ ਮਹਿਮਾ ਨੂੰ ਨਹੀਂ ਜਾਣ ਸਕਦੇ। ਹੀਰਨ ਹੇਤ ਨ ਖੋਲਹਿ ਨੈਣਾ। ਬਹੁਤਾ ਸਮਾਂ ਸਤਿਗੁਰੂ ਜੀ ਨੇਤਰ ਬੰਦ ਹੀ ਰੱਖਦੇ ਨੇ, ਵੇਖਣ ਵਾਸਤੇ ਆਪਣੀਆਂ ਅੱਖਾਂ ਨਹੀਂ ਖੋਲਦੇ। ਚੰਚਲ ਅਦਰ ਨ ਕਰ ਹਿਤ ਬੈਨਾ। ਔਰ ਆਪਣੇ ਬੁੱਲਾਂ ਨੂੰ ਬੋਲਣ ਲਈ ਕਦੇ ਚੰਚਲ ਨਹੀਂ ਕਰਦੇ, ਯਾਨੀ ਕਿ ਚੁੱਪ ਰਹਿੰਦੇ ਹਨ। ਸਹਿਜ ਸੁਭਾਇਕ ਕਿਰਿਆ ਰਖੀ ਕੇ। ਸਰੀਰ ਦੀਆਂ ਜਿਹੜੀਆਂ ਇੰਦਰੀਆਂ ਨੇ ਉਹਨਾਂ ਦੀ ਕਿਰਿਆ ਜਿਹੜੀ ਆ ਉਹ ਸੁਤੇ ਸਿੱਧ ਹੋ ਜੇ ਤਾਂ ਹੋ ਜੇ, ਆਪਣੇ ਆਪ ਸਰੀਰ ਦੀਆਂ ਇੰਦਰੀਆਂ ਨੂੰ ਨਹੀਂ ਪ੍ਰੇਰਿਤ ਕਰਦੇ। ਸੁਤੇ ਸਿੱਧ ਸਰੀਰ ਦੀਆਂ ਇੰਦਰੀਆਂ ਜਿਹੜੀਆਂ ਨੇ ਉਹ ਕਿਰਿਆ ਕਰ ਲੈਣ ਤਾਂ ਕਰ ਲੈਣ, ਪਰ ਸਤਿਗੁਰੂ ਜੀ ਆਪਣੇ ਸਰੀਰ ਦੀ ਕਿਸੇ ਇੰਦਰੀ ਨੂੰ ਨਹੀਂ ਪ੍ਰੇਰਦੇ। ਹੋਏ ਤਾਂ ਹੋਏ ਨਾ ਤਥਿਰ ਬਿਦਨੀ ਕੇ। ਏਦਾਂ ਆਪਣੇ ਆਪ ਬੈਠਿਆਂ ਬੈਠਿਆਂ ਹੱਥ ਹਿੱਲ ਗਿਆ, ਪੈਰ ਹਿੱਲ ਗਿਆ ਤਾਂ ਹਿੱਲ ਗਿਆ, ਕਦੇ ਕਿਤੇ ਅੱਖ ਖੁੱਲ ਗਈ ਤਾਂ ਖੁੱਲ ਗਈ ਤਾਂ ਖੁੱਲ ਜਾਏ, ਨਹੀਂ ਤਾਂ ਸਤਿਗੁਰੂ ਜੀ ਬਿਲਕੁਲ ਸਥਿਰ ਹੋ ਕੇ ਬੈਠੇ ਰਹਿੰਦੇ ਹਨ। ਅੰਤਰਮੁਖੀ ਬ੍ਰਿਤ ਦਿਨ ਰਹਿਣਾ। ਦਿਨ ਰਾਤ ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਆਪਣੀ ਬਿਰਤੀ ਨੂੰ ਅੰਤਰਮੁਖੀ ਕਰਕੇ ਰੱਖਦੇ ਹਨ। ਕਰ ਰਾਖੀ ਸ਼੍ਰੀ ਪੰਕਜ ਨੈਣਾ। ਕਮਲ ਨੈਣ ਸਤਿਗੁਰੂ ਜੀ ਨੇ ਆਪਣੀ ਬਿਰਤੀ ਨੂੰ ਅੰਤਰਮੁਖੀ ਕੀਤਾ ਹੋਇਆ। ਬਾਹਰ ਮੁਖੀ ਧਿਆਨ ਹੀ ਨਹੀਂ, ਕੌਣ ਆ ਰਿਹਾ, ਕੌਣ ਜਾ ਰਿਹਾ, ਕੌਣ ਕੀ ਕਰ ਰਿਹਾ, ਨਹੀਂ ਵੇਖਦੇ ਕੁਝ। ਆਪਣੀ ਬਿਰਤੀ ਅੰਤਰਮੁਖੀ ਕੀਤੀ ਹੋਈ ਹੈ ਔਰ ਆਪਣੇ ਨਿਜ ਆਪੇ ਵਿੱਚ, ਆਪਣੇ ਨਿਜ ਆਤਮ ਸਰੂਪ ਵਿੱਚ ਸਤਿਗੁਰੂ ਜੀ ਮਿਲੇ ਰਹਿੰਦੇ ਹਨ। ਜਗਤ ਅਸਾਰ ਖੇਲ ਜਿਵ ਸਿਸਕਾ। ਕਹਿੰਦੇ ਇਸ ਜਗਤ ਨੂੰ ਅਸਾਰ ਜਾਣਦੇ ਨੇ ਮਹਾਰਾਜ। ਕਿਵੇਂ? ਜਿਵੇਂ ਕਿਸੇ ਬੱਚੇ ਦੀ ਖੇਡ ਝੂਠੀ ਹੁੰਦੀ ਹੈ ਨਾ, ਬੱਚਾ ਖੇਡਦਾ ਹੁੰਦਾ ਹੈ, ਉਹ ਡੁਪਲੀਕੇਟ ਬਣਾਉਂਦਾ ਸਭ ਕੁਝ ਵੀ, ਇਹ ਮਾਸਟਰ ਹੈ, ਇਹ ਵਿਦਿਆਰਥੀ ਹੈ, ਉਹਦੀ ਖੇਡ ਜਿਵੇਂ ਬਿਲਕੁਲ ਬੱਚੇ ਦੀ ਝੂਠੀ ਹੁੰਦੀ ਹੈ ਨਾ, ਏਦਾਂ ਸਤਿਗੁਰੂ ਜੀ ਇਸ ਜਗਤ ਨੂੰ ਬਾਲਕ ਦੀ ਖੇਡ ਵਾਂਗੂ ਬਿਲਕੁਲ ਝੂਠ ਵੇਖਦੇ ਹੈ ਕਿ ਸਭ ਅਸਾਰ ਹੈ। ਆਸ ਲਖ ਕਰਹਿ ਨ ਕਾਂਖਾ ਕਿਸਕਾ। ਇਸ ਤਰ੍ਹਾਂ ਜਾਣ ਕੇ ਗੁਰਦੇਵ ਕਿਸੇ ਵੀ ਵਸਤੂ ਦੀ, ਕਿਸੇ ਵੀ ਪਦਾਰਥ ਦੀ, ਸੰਸਾਰ ਦੇ ਕਿਸੇ ਵੀ ਵਿਹਾਰ ਦੀ ਕੋਈ ਕਾਂਖਾ ਆਪਣੇ ਹਿਰਦੇ 'ਚ ਨਹੀਂ ਕਰਦੇ। ਨਰ ਨਾਰੀ ਭਾਖੈ ਅਸਰੀਤੀ। ਬਹੁਤ ਸਾਰੇ ਨਰ ਨਾਰੀਆਂ ਆਪਸ ਵਿੱਚ ਗੱਲਾਂ ਕਰਦੇ ਤੇ ਕਹਿੰਦੇ ਹਨ, ਕਾਲੂ ਸੁਤ ਕੀ ਮਤ ਵਿਪਰੀਤੀ। ਕਹਿੰਦੇ ਕਾਲੂ ਦੇ ਪੁੱਤਰ ਦੀ ਜਿਹੜੀ ਮੱਤ ਹੈ ਉਹ ਉਲਟ ਹੋ ਗਈ ਹੈ। ਮਹਿਤਾ ਕਾਲੂ ਦੇ ਪੁੱਤਰ ਨਾਨਕ ਦੀ ਜਿਹੜੀ ਮੱਤ ਹੈ ਉਹ ਵਿਪਰੀਤ ਹੋ ਗਈ ਹੈ, ਉਲਟੀ ਹੋ ਗਈ ਹੈ। ਆਗੇ ਕਹਿਤ ਬੈਨ ਗੁਣਸਾਲੀ। ਅੱਗੇ ਤਾਂ ਬੜੀਆਂ ਗੁਣ ਵਾਲੀਆਂ ਗੱਲਾਂ ਕਰਦਾ ਸੀ ਨਾਨਕ, ਬੜੀਆਂ ਪਿਆਰੀਆਂ ਪਿਆਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਸੀ। ਕੀ ਤੂਸ਼ਨ ਅਬ ਕੌਣ ਕੁਚਾਲੀ। ਪਤਾ ਨਹੀਂ ਐਸਾ ਕਿਹੜਾ ਕੰਮ ਹੋਇਆ ਕਿ ਹੁਣ ਬਿਲਕੁਲ ਹੀ ਚੁੱਪ ਕਰ ਗਿਆ। ਨਾਨਕ ਕੁਝ ਬੋਲਦਾ ਹੀ ਨਹੀਂ, ਕੁਝ ਆਖਦਾ ਹੀ ਨਹੀਂ, ਨਾ ਕਿਸੇ ਵੱਲ ਵੇਖਦਾ, ਨਾ ਕਿਸੇ ਦੀ ਗੱਲ ਸੁਣਦਾ। ਡੀਠ ਲੱਗੀ ਨਰ ਨਾਰਿਨ ਕੇਰੀ। ਕਈ ਕਹਿੰਦੇ ਜਾਪਦਾ ਕਾਲੂ ਦੇ ਪੁੱਤਰ ਨਾਨਕ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਹੈ। ਇਹ ਤਾਂ ਐਡਾ ਸਿਆਣਾ ਬੱਚਾ ਸੀ, ਇੰਨੀਆਂ ਸਿਆਣੀਆਂ ਬਾਤਾਂ ਕਰਦਾ ਸੀ, ਜ਼ਰੂਰ ਕਿਸੇ ਨਾ ਕਿਸੇ ਖੋਟੇ ਦੀ ਜੀਵ ਦੀ ਇਹਨਾਂ ਨੂੰ ਨਜ਼ਰ ਲੱਗ ਗਈ ਹੈ, ਬੁਰੀ ਨਜ਼ਰ ਲੱਗ ਗਈ ਹੈ। ਜਿਹ ਮਸਤਾਨੀ ਤੋਰ ਕਨੇਰੀ। ਕਿ ਇਹਦੀ ਤੋਰ ਮਸਤਾਨੀ ਹੋ ਗਈ। ਜਦੋਂ ਟੁਰਦਾ ਵੀ ਹੈ ਤੇ ਬਿਲਕੁਲ ਬੜੀ ਮਸਤ ਮਸਤ ਚਾਲ ਚੱਲਦਾ ਹੈ। ਭੂਤ ਪ੍ਰੇਤ ਕੀ ਭਈ ਕੇ ਛਾਇਆ। ਕਈ ਇਹ ਵੀ ਕਹਿੰਦੇ ਜਾਪਦਾ ਹੈ ਕਿ ਨਾਨਕ ਦੇ ਉੱਤੇ ਕਿਸੇ ਭੂਤ ਪ੍ਰੇਤ ਦਾ ਪਰਛਾਵਾਂ ਪੈ ਗਿਆ। ਲੋਕ ਏਦਾਂ ਦੀਆਂ ਗੱਲਾਂ ਵੀ ਕਰਦੇ, ਕੋਈ ਆਖੇ ਭੂਤ ਨਾ ਕੋ ਕਹੇ ਬਿਤਾਲਾ। ਕਈ ਕਹਿੰਦੇ ਜਾਪਦਾ ਨਾਨਕ ਦੇ ਉੱਤੇ ਕਿਸੇ ਭੂਤ ਪ੍ਰੇਤ ਦਾ ਪਰਛਾਵਾਂ ਪੈ ਗਿਆ ਹੈ। ਸੁਣਨ ਕਹਿਣ ਜਿਨ ਸਭ ਬਿਸਰਾਇਆ। ਕਿ ਜਿਸ ਨੇ ਕਹਿਣਾ ਤੇ ਸੁਣਨਾ ਸਭ ਕੁਝ ਛੱਡ ਦਿੱਤਾ ਹੈ, ਨਾ ਕਿਸੇ ਨੂੰ ਕੁਝ ਕਹਿੰਦਾ ਹੈ
ਤੇ ਨਾ ਹੀ ਕਿਸੇ ਕੋਲੋਂ ਕੁਝ ਸੁਣਦਾ ਹੈ। ਕਛੁਕ ਦਿਵਸ ਬੀਤੇ ਅਸਰੀਤੀ। ਇਸੇ ਤਰ੍ਹਾਂ ਕੁਝ ਦਿਨ ਬਤੀਤ ਹੋ ਗਏ। ਸਤਿਗੁਰੂ ਜੀ ਇਹੋ ਜੀ ਅਵਸਥਾ 'ਚ ਵਿਚਰ ਰਹੇ ਨੇ। ਏਕ ਸਮੈ ਕਾਲੂ ਕਰ ਪ੍ਰੀਤੀ। ਇੱਕ ਦਿਨ ਪਿਤਾ ਜੀ ਦੇ ਮਨ 'ਚ ਪ੍ਰੇਮ ਆਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਵੇਖਿਆ। ਅੰਕ ਬਸਾਏ ਸੀਸ ਕਰ ਫੇਰਾ। ਗੁਰੂ ਨਾਨਕ ਸਾਹਿਬ ਨੂੰ ਆਪਣੀ ਗੋਦ 'ਚ ਬਿਠਾ ਕੇ ਪਿਤਾ ਜੀ ਨੇ ਸਤਿਗੁਰੂ ਜੀ ਦੇ ਸੀਸ ਉੱਤੇ ਬੜੇ ਲਾਡ ਨਾਲ ਆਪਣਾ ਹੱਥ ਫੇਰਿਆ ਤੇ ਮੱਥਾ ਚੁੰਮਿਆ। ਸੋਗਤ ਮਸਤਕ ਆਨੰਦ ਕਨਹਿਰਾ। ਮੱਥਾ ਚੁੰਮਿਆ ਤੇ ਮਨ ਨੂੰ ਬੜੀ ਖੁਸ਼ੀ ਹੋਈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਭਾਗਾਂ ਭਰਿਆ ਮੱਥਾ ਚੁੰਮ ਕੇ ਲਾਡ ਲੜਾ ਕੇ। ਹੇਰ ਤਾਤ ਕੋ ਹਿਰਦੈ ਵਿਚਾਰਾ। ਆਪਣੇ ਪੁੱਤਰ ਦੀ ਦਸ਼ਾ ਵੇਖੀ ਕਿ ਬੋਲਦਾ ਨਹੀਂ, ਕਿਸੇ ਨਾਲ ਗੱਲ ਨਹੀਂ ਕਰਦਾ, ਨਾ ਸੁਣਦਾ ਹੈ। ਤਾਂ ਪਿਤਾ ਜੀ ਨੇ ਆਪਣੇ ਮਨ ਹੀ ਮਨ ਵਿਚਾਰ ਕੀਤੇ। ਮਤ ਪ੍ਰਕਾਸ਼ਹਿ ਕਰਤਿਓ ਕਾਰਾ। ਤੇ ਕਹਿਣ ਲੱਗੇ, ਪੁੱਤਰ ਨਾਨਕ, ਜਦੋਂ ਕੰਮਕਾਰ ਬੰਦਾ ਲੱਗ ਜਾਏ ਨਾ ਤੇ ਫਿਰ ਮਤ ਪ੍ਰਕਾਸ਼ ਕਰਦੀ ਹੈ, ਯਾਨੀ ਕਿ ਸੋਝੀ ਆਉਣੀ ਸ਼ੁਰੂ ਹੋ ਜਾਂਦੀ। ਬੰਦਾ ਵਿਹਲਾ ਹੋਵੇ ਨਾ ਤੇ ਵਿਹਲੇ ਬੰਦੇ ਨੂੰ ਘਰ ਬੈਠੇ ਨੂੰ ਸੋਝੀ ਨਹੀਂ ਆਉਂਦੀ। ਕੰਮਕਾਰ ਕਰਨ ਲੱਗੇ ਤੇ ਦਿਮਾਗ ਕੰਮ ਕਰਦਾ ਹੈ। ਕੰਮਕਾਰ ਦੇ ਵਿੱਚ ਪ੍ਰਵਿਰਤ ਹੋਵੇ ਤੇ ਬੰਦੇ ਦਾ ਦਿਮਾਗ ਚੱਲਦਾ ਹੈ। ਜਾਂ ਤੇ ਕਾਰ ਕਰਾਓ ਕੇ ਥੋਰੀ। ਸੋਚਦੇ ਨੇ ਪਿਤਾ ਜੀ ਕਿ ਨਾਨਕ ਨੂੰ ਮੈਂ ਕਿਸੇ ਕੰਮਕਾਰ ਲਾ ਦਿਆਂ, ਘਰ ਦਾ ਕੋਈ ਕੰਮ ਇਹਨੂੰ ਸੌਂਪ ਦਿਆਂ, ਨਾਲੇ ਕੰਮ ਕਰਿਆ ਕਰੇਗਾ, ਨਾਲੇ ਇਹਦਾ ਦਿਮਾਗ ਚੱਲੇਗਾ। ਨਹੀਂ ਤਾਂ ਇਦਾਂ ਵਿਹਲਾ ਪਿਆ ਰਹਿੰਦਾ ਘਰ, ਕਿਸੇ ਨਾਲ ਗੱਲਬਾਤ ਨਹੀਂ ਕਰਦਾ। ਕਿਸੇ ਆਰੇ ਲੱਗੇਗਾ, ਕੰਮ ਲੱਗੇਗਾ ਤਾਂ ਉਹਦੇ ਵਿੱਚ ਲੱਗ ਕੇ ਇਹਦਾ ਦਿਮਾਗ ਵੀ ਚੱਲੇਗਾ। ਸਨੈ ਸਨੈ ਪਰਚੈ ਸਭ ਠੌਰੀ। ਜਦੋਂ ਇੱਕ ਵਾਰੀ ਕੰਮ 'ਚ ਲੱਗ ਗਿਆ ਫਿਰ ਹੌਲੇ ਹੌਲੇ ਆਪੇ ਬਾਕੀ ਕੰਮਾਂ ਵਿੱਚ ਇਹਦੀ ਰੁਚੀ ਲੱਗ ਜਾਏਗੀ, ਬਾਕੀ ਕੰਮਾਂ ਦੇ ਵਿੱਚ ਪਰਚ ਜਾਵੇਗਾ। ਅਸ ਬਿਦ ਲਖ ਕਾਲੂ ਮੁਖ ਭਾਖੀ। ਏਦਾਂ ਮਨ ਚ ਸੋਚ ਕੇ ਪਿਤਾ ਜੀ ਬੋਲੇ, ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ, ਗੋ ਮਹਿਖੀ ਚਾਰੋ ਕਰ ਰਾਖੀ। ਕਹਿਣ ਲੱਗੇ, ਬੇਟਾ ਨਾਨਕ, ਆਪਣੇ ਘਰ ਵਿੱਚ ਪਰਮੇਸ਼ਰ ਦਾ ਦਿੱਤਾ ਮਾਲ ਡੰਗਰ ਹੈ, ਗਊਆਂ ਨੇ, ਮੱਝਾਂ ਨੇ। ਪੁੱਤਰ ਘਰ ਵਿੱਚ ਵੀ ਤੂੰ ਘਰ ਬੈਠਾ ਪਰੇਸ਼ਾਨ ਰਹਿਣਾ, ਕਿਸੇ ਨਾਲ ਗੱਲਬਾਤ ਨਹੀਂ ਕਰਦਾ। ਤੇ ਪੁੱਤਰ ਉਹ ਗਊਆਂ ਮੱਝਾਂ ਲੈ ਜਾਇਆ ਕਰ ਤੇ ਚਾਰ ਕੇ ਲੈ ਆਇਆ ਕਰ। ਨਾਲੇ ਡੰਗਰ ਜਿਹੜੇ ਨੇ ਉਹ ਬਾਹਰ ਫਿਰ ਆਇਆ ਕਰਨਗੇ, ਚਰਾਂ ਦੇ ਵਿੱਚ ਚਰ ਲਿਆ ਕਰਨਗੇ, ਦੁੱਧ ਦਹੀਂ ਘਰ 'ਚ ਵਧੀਆ ਹੋਵੇਗਾ। ਨਾਲੇ ਬੇਟਾ ਤੇਰਾ ਮਨ ਵੀ ਲੱਗਾ ਰਹੇਗਾ। ਏਕ ਆਤਮਜ ਹਮਰੇ ਧਾਮੂ। ਤੂੰ ਇੱਕੋ ਇੱਕ ਸਾਡੇ ਘਰ ਵਿੱਚ ਸਾਡਾ ਲਾਇਕ ਸੁਪੁੱਤਰ ਹੈ। ਕਿਹ ਬਿਦ ਸਰੈ ਕਰੇ ਬਿਨ ਕਾਮੂ। ਤੇ ਪੁੱਤਰ ਜੇ ਤੇਰੇ ਹੋਰ ਭਰਾ ਹੁੰਦੇ ਉਹ ਕੰਮਕਾਰ ਕਰ ਲੈਂਦੇ। ਜੇ ਤੂੰ ਕੱਲਾ ਕੱਲਾ ਪੁੱਤਰ ਹੈ, ਤੂੰ ਵੀ ਜੇ ਕੰਮਕਾਰ ਨਾ ਕਰੇ ਘਰ ਦਾ ਕਿਵੇਂ ਸਰੇਗਾ? ਮੈਂ ਕੱਲਾ ਦੱਸ ਹੁਣ ਕਿੱਥੇ ਕਿੱਥੇ ਕਿਹੜਾ ਕਿਹੜਾ ਕੰਮ ਕਰਾਂ? ਤੂੰ ਇੱਕੋ ਇੱਕ ਸਾਡਾ ਪੁੱਤਰ ਹੈ, ਜੇ ਤੂੰ ਵੀ ਘਰ ਦਾ ਕੰਮ ਨਾ ਕਰੇ ਤੇ ਫਿਰ ਘਰ ਦੇ ਕੰਮ ਕਿਵੇਂ ਸਵਰਨਗੇ, ਕਿਵੇਂ ਹੋਵੇਗੇ ਸਾਰੇ ਘਰ ਦੇ ਕਾਰਜ? ਵੈਸੇ ਉਹ ਤਾਤ ਬਤੀਤਹਿ ਨਾਹੀ। ਬੇਟਾ ਏਦਾਂ ਬੈਠਿਆਂ ਤਾਂ ਨਹੀਂ ਨਾ ਸਮਾਂ ਪਾਸ ਹੁੰਦਾ, ਏਦਾਂ ਬੈਠਿਆਂ ਤਾਂ ਨਹੀਂ ਵਿਹਲਿਆਂ ਗੱਲ ਬਣਦੀ। ਕਰਹੁ ਕਾਰ ਨਿਜ ਮਨ ਪਰ ਚਾਹੀ। ਤੇ ਮੇਰਾ ਤਾਂ ਮਨ ਕਹਿੰਦਾ ਵੀ ਤੂੰ ਮੱਝਾਂ ਗਾਵਾਂ ਚਾਰਿਆ ਕਰ, ਨਾਲੇ ਤੇਰਾ ਮਨ ਪਰਚਿਆ ਰਹੇਗਾ, ਨਾਲੇ ਘਰ ਦਾ ਕੰਮ ਸਿੱਧ ਹੋਵੇਗਾ। ਸਦਾ ਉਦਾਸ ਰਹੇ ਮਨ ਤੇਰੋ। ਪੁੱਤਰ ਤੇਰਾ ਮਨ ਹਮੇਸ਼ਾ ਉਦਾਸ ਰਹਿੰਦਾ ਹੈ, ਉਪਰਾਮ ਰਹਿੰਦਾ। ਤੂੰ ਕਿਸੇ ਨਾਲ ਬੋਲਦਾ ਨਹੀਂ, ਕਿਸੇ ਨਾਲ ਕੋਈ ਗੱਲਬਾਤ ਨਹੀਂ ਕਰਦਾ। ਜਦੋਂ ਮੱਝਾਂ ਗਾਵਾਂ ਚਾਰੇਗਾ ਤੇਰਾ ਮਨ ਉਸ ਪਾਸੇ ਲੱਗਾ ਰਹੇਗਾ। ਪਰ ਚਹੁ ਪੁਨ ਹੋਏ ਛੀਰ ਬਧੇਰੋ। ਨਾਲੇ ਇਸ ਕੰਮ 'ਚ ਤੂੰ ਪਰਚਿਆ ਰਹੇਗਾ। ਦੂਜਾ ਫਾਇਦਾ ਇਹ ਹੋਵੇਗਾ, ਜਦੋਂ ਮੱਝਾਂ ਚਰ ਕੇ ਆਉਣਗੀਆਂ, ਗਾਵਾਂ ਚਰ ਕੇ ਆਉਣਗੀਆਂ, ਉਹਨਾਂ ਦਾ ਦੁੱਧ ਵਧੇਗਾ। ਚਰਾਂਦਾਂ ਦੇ ਵਿੱਚ ਜਦੋਂ ਪਸ਼ੂ ਚਰਦੇ ਆ, ਨਰੋਏ ਹੁੰਦੇ ਆ ਉਹਨਾਂ ਦੇ ਸਰੀਰ, ਉਹਨਾਂ ਨੂੰ ਮਨ ਭਾਉਂਦਾ, ਘਾਹ ਬੂਟਾ ਖਾਣ ਨੂੰ ਮਿਲਦਾ ਹੈ, ਉਹਦੇ ਨਾਲ ਦੁੱਧ ਵਿੱਚ ਵਾਧਾ ਹੁੰਦਾ ਤੇ ਘਰ ਦੇ ਵਿੱਚ ਦੁੱਧ ਦਹੀਂ ਵਧੇਗਾ। ਦਾਸ ਚਰਾਵਤ ਰੀਤ ਬਿਗਾਰੀ। ਨੌਕਰ ਚਾਕਰ ਜਾਂਦੇ ਤਾਂ ਹੈਨ ਡੰਗਰ ਲੈ ਕੇ ਚਾਰਨ, ਪਰ ਉਹ ਕੰਮ ਵਿਗਾੜ ਕੇ ਆਉਂਦੇ। ਉਹ ਕਿਹੜਾ ਚਾਰਦੇ ਨੇ ਸਹੀ ਤਰੀਕੇ ਨਾਲ? ਡੰਗਰਾਂ ਨੂੰ ਸਹੀ ਤਰੀਕੇ ਨਾਲ ਖਿਆਲ, ਨੌਕਰਾਂ ਤੇ ਨੌਕਰਾਂ ਵਾਲਾ ਹੀ ਕੰਮ ਕਰਨਾ ਨਾ। ਉਹ ਕਿਹੜਾ ਆਪਣਾ ਘਰ ਦਾ ਕੰਮ ਸਮਝ ਕੇ ਕਰਦੇ ਆ? ਤੁਸੀਂ ਚਾਰ ਕੇ ਲਿਆਓਗੇ ਵੀ ਸਾਡੇ ਆਪਣੇ ਪਸ਼ੂ ਨੇ, ਰੀਝ ਨਾਲ ਚਾਰੋਗੇ। ਨੌਕਰ ਜਾਂਦੇ ਨੇ ਚਾਰਨ,
ਪਰ ਉਹ ਕੰਮ ਵਿਗਾੜ ਕੇ ਆਉਂਦੇ ਨੇ। ਹਰਤ ਤ੍ਰਿਣ ਤੁਮ ਆਨਹੁ ਚਾਰੀ। ਪੁੱਤਰ ਜਿੱਥੇ ਹਰਾ ਹਰਾ ਘਾਹ ਹੋਵੇ ਉੱਥੇ ਜਾ ਕੇ ਪਸ਼ੂਆਂ ਨੂੰ ਤੂੰ ਚਾਰ ਕੇ ਲਿਆਇਆ ਕਰੇ। ਨੌਕਰ ਤਾਂ ਇੱਕ ਪਾਸੇ ਵਾੜ ਦਿੰਦੇ ਆ, ਉੱਥੇ ਘਾਹ ਹੋਵੇ ਨਾ ਹੋਵੇ ਉਹ ਰੱਜੇ ਵੀ ਨਹੀਂ ਹੁੰਦੇ, ਡੰਗਰ ਇਦਾਂ ਹੀ ਲੈ ਆਉਂਦੇ ਆ ਵਾਪਸ। ਤੁਸੀਂ ਉੱਥੇ ਲੈ ਕੇ ਜਾਇਆ ਕਰਿਓ ਜੇ ਡੰਗਰਾਂ ਨੂੰ ਪਸ਼ੂਆਂ ਨੂੰ, ਜਿੱਥੇ ਕੋਈ ਚੰਗਾ ਹਰਾ ਘਾਹ ਹੋਵੇ। ਕਹਿਓ ਪ੍ਰੀਤ ਸੋ ਕਰਤ ਦੁਲਾਰਾ। ਇਦਾਂ ਪਿਤਾ ਜੀ ਨੇ ਬੜੇ ਪ੍ਰੇਮ ਨਾਲ ਦੁਲਾਰ ਕਰਕੇ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਬਚਨ ਕਹੇ। ਸੁਨ ਸ਼੍ਰੀ ਨਾਨਕ ਭੇ ਅਨੁਸਾਰਾ। ਸੁਣ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਪਿਤਾ ਜੀ 7 ਬਚਨ। ਮਹਾਰਾਜ ਜੀ ਨੇ ਸਿਰ ਹਿਲਾਇਆ, ਨਾਲੇ ਅੱਗੋਂ 7 ਬਚਨ ਕਿਹਾ। ਕਹਿਤ ਪਿਤਾ ਜੀ ਭੋਰ ਸਿਧਾਉ। ਨਾਲ ਕਿਹਾ ਪਿਤਾ ਜੀ ਕੋਈ ਗੱਲ ਨਹੀਂ, ਕੱਲ ਸਵੇਰ ਤੋਂ ਮੈਂ ਪਸ਼ੂ ਚਾਰਨ ਲੈ ਜਾਇਆ ਕਰਾਂਗਾ, ਗਊਆਂ ਤੇ ਮਈਆਂ ਮੈਂ ਚਾਰ ਕੇ ਲੈ ਆਇਆ ਕਰਾਂਗਾ। ਏਦਾਂ ਸਤਿਗੁਰੂ ਜੀ ਨੇ ਪਿਤਾ ਮਹਿਤਾ ਕਾਲੂ ਜੀ ਨੂੰ ਜਵਾਬ ਦਿੱਤਾ। ਤੁਮ ਰਜਾਏ ਤੇ ਚਾਰ ਲਿਆਉ। ਪਿਤਾ ਜੀ ਤੁਹਾਡਾ ਹੁਕਮ ਹੈ, ਤੁਹਾਡੀ ਆਗਿਆ ਹੈ, ਤੇ ਤੁਹਾਡੀ ਆਗਿਆ ਨਾਲ ਮੈਂ ਜਾਨਵਰ ਚਰਾ ਕੇ ਲੈ ਆਵਾਂਗਾ। ਅਸ ਕਹਿ ਰਹਿਣ ਬਿਖੈ ਪਰ ਸੋਏ। ਏਦਾਂ ਰਾਤ ਪੈ ਗਈ ਸੀ, ਪਾਤਸ਼ਾਹ ਜੀ ਆਪਣੇ ਪਲੰਗੇ ਤੇ ਬਿਰਾਜ ਗਏ ਤੇ ਆਰਾਮ ਕਰਨ ਲੱਗੇ। ਜਿਨ ਦਾਸਨ ਕੇ ਬੰਦ ਬਿਗੋਏ। ਐਸੇ ਸਤਿਗੁਰੂ ਜੀ ਜਿਹੜੇ ਆਪਣਿਆਂ ਸੇਵਕਾਂ ਦੇ ਬੰਧਨ ਕੱਟਣ ਵਾਲੇ, ਬੰਧਨਾਂ ਨੂੰ ਨਿਵਾਰਨ ਵਾਲੇ ਨੇ, ਗੁਰਦੇਵ ਜੀ ਪਲੰਗੇ ਤੇ ਬਿਰਾਜਮਾਨ ਹੋਏ ਨੇ। ਸ਼੍ਰੀ ਨਾਨਕ ਅਰਣੋਦੈ ਜਾਗੇ। ਅਗਲਾ ਦਿਨ ਚੜਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠੇ ਹਨ। ਗੋ ਮਹਿਖੀ ਚਾਰਨ ਅਨੁਰਾਗੇ। ਮਹਾਰਾਜ ਜੀ ਨੇ ਜਿਵੇਂ ਪਿਤਾ ਜੀ ਨੇ ਕਿਹਾ ਸੀ, ਜਾ ਕੇ ਡੰਗਰਾਂ ਦੇ ਰੱਸੇ ਖੋਲੇ। ਪਾਤਸ਼ਾਹ ਜੀ ਨੇ ਗਊਆਂ ਤੇ ਮੱਝਾਂ ਨੂੰ ਕਿੱਲਿਆਂ ਤੋਂ ਖੋਲਿਆ। ਨਿਜ ਹਾਥਨ ਦਾਮਨ ਤੇ ਖੋਲੀ। ਆਪਣੇ ਹੱਥੀ ਮਹਾਰਾਜ ਜੀ ਨੇ ਉਹਨਾਂ ਦੇ ਰੱਸੇ ਖੋਲੇ ਹਨ। ਹਾਂਕਤ ਚਲੇ ਇਕਤ ਕਰ ਟੋਲੀ। ਔਰ ਗੁਰਦੇਵ ਨੇ ਹੱਥ ਵਿੱਚ ਇੱਕ ਸੋਟੀ ਫੜ ਲਈ ਹੈ, ਔਰ ਉਹਨਾਂ ਜਾਨਵਰਾਂ ਨੂੰ ਹੱਕ ਕੇ ਉਹਨਾਂ ਇਕੱਠੇ ਕਰਕੇ ਨਾ ਗਊਆਂ ਮੱਝਾਂ ਨੂੰ ਪਾਤਸ਼ਾਹ ਪਿੱਛੇ ਉਹਨਾਂ ਨੂੰ ਹੱਕਦੇ ਲੈ ਕੇ ਚੱਲ ਪਏ। ਲਏ ਲਸ਼ਟਕਾ ਦੇਤ ਹੰਗੂਰਾ। ਹੱਥ ਵਿੱਚ ਮਹਾਰਾਜ ਜੀ ਦੇ ਸੋਟੀ ਫੜੀ ਹੋਈ ਹੈ ਤੇ ਹੁੰਗਾਰਾ ਦੇ ਕੇ ਜਾਨਵਰਾਂ ਨੂੰ ਨਾ ਉੱਚੀ ਉਹ ਸਿੱਧੇ ਚੱਲੋ। ਮਹਾਰਾਜ ਸੱਚੇ ਪਾਤਸ਼ਾਹ ਹੱਥ 'ਚ ਸੋਟੀ ਫੜੀ ਤੇ ਜਾਨਵਰਾਂ ਨੂੰ ਜਿਵੇਂ ਇਸ਼ਾਰਾ ਕਰਕੇ ਜਾਂ ਮੂੰਹ ਤੋਂ ਬੋਲ ਕੇ ਨਹੀਂ ਟੋਰਦੇ, ਏਦਾਂ ਉਹਨਾਂ ਸਾਰੇ ਮੱਝਾਂ ਨੂੰ ਗਾਵਾਂ ਨੂੰ ਮਹਾਰਾਜ ਜੀ ਟੋਰਦੇ ਹੁੰਗਾਰਾ ਦੇ ਕੇ। ਚਾਰਤ ਹਰਤ ਤ੍ਰਿਣਨ ਸੁਖ ਪੂਰਾ। ਬਾਹਰ ਚਰਾਂਦ ਵਿੱਚ ਲੈ ਗਏ। ਅੱਜ ਕੱਲ ਤਾਂ ਚਰਾਂਦਾਂ ਖਤਮ ਹੋ ਗਈਆਂ। ਪਹਿਲਾਂ ਨਗਰਾਂ ਦੇ ਵਿੱਚ ਜਿਹੜੀਆਂ ਪੰਚਾਇਤੀ ਜ਼ਮੀਨਾਂ ਹੁੰਦੀਆਂ ਸਨ, ਉਹਨਾਂ ਪੰਚਾਇਤੀ ਜ਼ਮੀਨਾਂ ਵਿੱਚ ਚਰਾਂਦਾਂ ਹੁੰਦੀਆਂ, ਜਾਨਵਰਾਂ ਪਸ਼ੂਆਂ ਨੂੰ ਉੱਥੇ ਛੱਡ ਕੇ ਘਾਹ ਪੱਠਾ ਚਾਰਿਆ ਜਾਂਦਾ ਸੀ। ਹੁਣ ਤਾਂ ਉਹ ਪੰਚਾਇਤੀ ਜ਼ਮੀਨਾਂ ਜਿਹੜੀਆਂ ਹਨ, ਲਾਲਚ ਵਸ ਹੋ ਕੇ ਨਾ ਉੱਥੇ ਕੋਈ ਦਰਖਤ ਵਗੈਰਾ ਲਾਏ ਜਾਂਦੇ ਐ ਵੀ ਚਲੋ ਠੇਕਾ ਆਉਂਦਾ, ਜਾਂ ਫਿਰ ਕਈਆਂ ਨੇ ਬਹੁਤਿਆਂ ਨੇ ਦਬਦਬਾ ਵੀ ਲਈਆਂ ਹਨ। ਇਹ ਵਰਤਾਰਾ ਆਮ ਨਗਰਾਂ, ਪਹਿਲਾਂ ਚਰਾਂਦਾਂ ਦੇ ਵਿੱਚ ਖੁੱਲੇ ਚਰਾਂਦ ਸਨ, ਪਸ਼ੂਆਂ ਨੂੰ ਚਾਰਿਆ ਜਾਂਦਾ ਸੀ। ਤੋ ਸਤਿਗੁਰੂ ਜੀ ਨੇ ਜਿੱਥੇ ਵੇਖਿਆ ਹਰਾ ਹਰਾ ਸੁੰਦਰ ਘਾਹ ਸੀ, ਉੱਥੇ ਜਾਨਵਰਾਂ ਨੂੰ ਹੱਕ ਕੇ ਮਹਾਰਾਜ ਜੀ ਲੈ ਗਏ। ਮਨ ਹੋ ਗੋਪਾਲ ਜੋ ਪਾਛਲ ਨਾਮਾ। ਕਹਿੰਦੇ ਜਿਵੇਂ ਦੁਆਪਰ ਯੁੱਗ 'ਚ ਭਗਵਾਨ ਕ੍ਰਿਸ਼ਨ ਜੀ ਗਊਆਂ ਚਾਰਦੇ ਸੀ ਨਾ ਗਵਾਲੇ ਬਣ ਕੇ, ਪ੍ਰਗਟ ਕਰਤ ਹੈ ਜਨ ਸੁਖ ਧਾਮਾ। ਕਲਯੁਗ ਵਿੱਚ ਕਲਯੁਗ ਦੇ ਸਰਬ ਕਲਾ ਸੰਪੂਰਨ ਅਵਤਾਰ ਗੁਰੂ ਨਾਨਕ ਸਾਹਿਬ ਜਾਨਵਰ ਪਸ਼ੂ ਚਾਰ ਕੇ ਇਹ ਲੀਲਾ ਵਰਤਾ ਰਹੇ ਨੇ। ਮੰਦ ਸ਼ੁਭ ਸੁਰਬੀ ਪਾਛੇ। ਜਿਹੜੀਆਂ ਮੱਝਾਂ ਗਊਆਂ ਨੇ ਉਹਨਾਂ ਦੇ ਪਿੱਛੇ ਟੁਰਦੀਆਂ ਨੇ ਹੌਲੇ ਹੌਲੇ, ਨਾਲੇ ਚਰਦੀਆਂ ਚਲੀਆਂ ਜਾਂਦੀਆਂ। ਪਿੱਛੇ ਸਤਿਗੁਰੂ ਜੀ ਸੋਹਣੀ ਸੋਹਣੀ ਚਾਲ ਚੱਲਦੇ ਜਾ ਰਹੇ ਨੇ। ਸਭ ਬਾਸੁਰ ਚਾਰਤ ਤ੍ਰਿਣ ਆਛੇ। ਏਦਾਂ ਸਾਰਾ ਦਿਨ ਮਹਾਰਾਜ ਜੀ ਨੇ ਪਸ਼ੂ ਚਾਰੇ, ਸ਼ਾਮ ਤਾਈਂ ਗਊਆਂ ਮੱਝਾਂ ਨੂੰ ਚਰਾਇਆ। ਭਈ ਸਾਂਝਪੁਰ ਦਿਸ ਕੋ ਮੋਰੀ। ਜਦੋਂ ਸ਼ਾਮ ਦਾ ਸਮਾਂ ਹੋਇਆ, ਗੁਰਦੇਵ ਨੇ ਪਸ਼ੂਆਂ ਨੂੰ ਵਾਪਸ ਨਗਰ ਨੂੰ ਘਰ ਨੂੰ ਵਾਪਸ ਟੋਰਿਆ। ਆਏ ਅਗਾਈ ਸਵਲੀ ਗੋਰੀ। ਤੇ ਕਹਿੰਦੇ ਜਿੰਨੀਆਂ ਸਾਵਲੀਆਂ ਗੌਰੀਆਂ ਯਾਨੀ ਕਿ ਚਿੱਟੀਆਂ ਕਾਲੀਆਂ ਗਊਆਂ ਮੱਝਾਂ, ਉਹ ਸਾਰੀਆਂ ਰੱਜ ਕੇ ਆਈਆਂ, ਵੱਖੀਆਂ ਬਾਹਰ ਕੱਢੀਆਂ ਹੋਈਆਂ। ਪਸ਼ੂਆਂ ਦੇ ਰਜੇਵੇਂ ਦਾ ਪਤਾ ਲੱਗ ਜਾਂਦਾ ਵੀ ਵੱਖੀ ਬਾਹਰ ਨਿਕਲੀ ਹੋਵੇ। ਕਹਿੰਦੇ ਵੱਖੀਆਂ ਬਾਹਰ ਨਿਕਲੀਆਂ ਹੋਈਆਂ, ਜਾਨਵਰ ਪਸ਼ੂ ਜਿੰਨੇ ਗਾਵਾਂ ਮੱਝਾਂ
ਚਿੱਟੀਆਂ ਕਾਲੀਆਂ ਸਾਰੀਆਂ ਕਹਿੰਦੇ ਰੱਜੀਆਂ ਹੋਈਆਂ, ਰੱਜ ਕੇ ਵਾਪਸ ਪਰਤੀਆਂ। ਕਾਲੂ ਹੇਰ ਹਰਖਿਉਰ ਪਹਾਰੀ। ਜਦੋਂ ਪਿਤਾ ਜੀ ਨੇ ਵੇਖਿਆ ਵੀ ਗਾਵਾਂ ਮੱਝਾਂ ਚੰਗੀਆਂ ਰੱਜ ਕੇ ਆਈਆਂ ਘਾਹ ਚਰ ਕੇ, ਤੇ ਪਿਤਾ ਜੀ ਬੜੇ ਖੁਸ਼ ਹੋਏ ਵੀ ਨਾਨਕ ਨੂੰ ਪਹਿਲੇ ਦਿਨ ਪਸ਼ੂ ਚਾਰਨ ਭੇਜਿਆ ਸੀ, ਇਹ ਤਾਂ ਬੜੇ ਸੋਹਣੇ ਰੱਜ ਕੇ ਜਾਨਵਰ ਘਰ ਆਏ ਹਨ। ਲਖਿਓ ਕੇ ਲਗਿਓ ਮੋਹਿ ਸੁਤਕਾਰੀ। ਮਨ 'ਚ ਜਾਣਿਆ ਵੀ ਮੇਰਾ ਪੁੱਤਰ ਕੰਮ ਲੱਗ ਗਿਆ। ਮਨ 'ਚ ਖੁਸ਼ੀ ਹੋਈ ਪਿਤਾ ਜੀ ਨੂੰ ਵੀ ਮੇਰਾ ਪੁੱਤ ਚਲੋ ਕਿਸੇ ਕੰਮ ਦੇ ਵਿੱਚ ਤਾਂ ਉਹਦੀ ਰੁਚੀ ਲੱਗੀ ਹੈ ਨਾ, ਤੇ ਮੇਰਾ ਪੁੱਤ ਕੰਮ ਦੇ ਵਿੱਚ ਪ੍ਰਵਿਰਤ ਹੋ ਗਿਆ, ਲੱਗ ਗਿਆ। ਸਲੇ ਸਲੇ ਪਰਚੈ ਸਭ ਕਾਬੂ। ਚਲੋ ਸਹਿਜੇ ਸਹਿਜੇ ਹੁਣੇ ਸਾਰੇ ਕੰਮਾਂ 'ਚ ਪਰਚ ਜਾਏਗਾ। ਅੱਜ ਮੱਝਾਂ ਚਾਰਨ ਲੱਗਾ, ਕੱਲ ਨੂੰ ਹੌਲੇ ਹੌਲੇ ਕਰਕੇ ਫਸਲ ਬੀਜਣ ਲੱਗ ਜਾਏਗਾ, ਖੇਤੀ ਕਰਨ ਲੱਗ ਜਾਏਗਾ, ਬਾਕੀ ਕੰਮਾਂ ਦੇ ਵਿੱਚ ਵੀ ਇਹਦੀ ਪ੍ਰਵਿਰਤੀ ਹੋ ਜਾਏਗੀ। ਤਜ ਹੈ ਉਦਾਸੀ ਹਿਤ ਕਰ ਧਾਮੋ। ਤੇ ਆ ਜਿਹੜੀ ਮੇਰੇ ਪੁੱਤ ਨੇ ਉਦਾਸੀ ਧਾਰਨ ਕੀਤੀ ਹੈ, ਵਿਰਾਗ 'ਚ ਰਹਿੰਦਾ, ਉਪਰਾਮ ਰਹਿੰਦਾ, ਇਹ ਉਪਰਾਮਤਾ ਇਹਦੀ ਚਲੀ ਜਾਏਗੀ। ਆਨ ਬਿਰਾਜੇ ਨਿਜ ਪ੍ਰਭ ਸਦਨਾ। ਏਦਾਂ ਸਤਿਗੁਰੂ ਜੀ ਆਪਣੇ ਮਹਿਲਾਂ ਵਿੱਚ ਜਿੱਥੇ ਪਾਤਸ਼ਾਹ ਦਾ ਆਸਣ ਸੀ ਉੱਥੇ ਆਣ ਬਿਰਾਜੇ। ਸੁੰਦਰ ਕਮਲ ਪ੍ਰਫੁੱਲਤ ਬਦਨਾ। ਮਹਾਰਾਜ ਜੀ ਦਾ ਕਮਲ ਜੈਸਾ ਸੁੰਦਰ ਮੁਖੜਾ ਖਿੜਿਆ ਹੋਇਆ ਬੜਾ ਹੀ ਸੋਹਣਾ ਹੈ। ਪੈ ਪੁਨ ਪੀਓ ਖਾਨ ਕਰ ਅਸਨਾ। ਮਹਾਰਾਜ ਜੀ ਨੇ ਭੋਜਨ ਛਕਿਆ, ਦੁੱਧ ਛਕਿਆ, ਪੋਡੇ ਪਾਏ ਦੇਹ ਬਰ ਬਸਨਾ। ਪਾਤਸ਼ਾਹ ਨੇ ਸਰੀਰ ਤੇ ਚਿਹਰੇ ਤੇ ਚਾਦਰਾ ਲੈ ਕੇ ਸਰੀਰ ਕੱਜ ਲਿਆ, ਔਰ ਪਲੰਗੇ ਤੇ ਰਾਤ ਦਾ ਸਮਾਂ ਸੀ, ਮਹਾਰਾਜ ਜੀ ਬਿਰਾਜ ਗਏ। ਕਾਲੂ ਉਠਿਓ ਵੱਡੀ ਪੁਨ ਸਾਰਾ। ਅਗਲੇ ਦਿਨ ਪਿਤਾ ਜੀ ਸਵਖਤੇ ਉੱਠੇ, ਹਾਲੇ ਦਿਨ ਨਹੀਂ ਸੀ ਚੜਿਆ, ਤੇ ਸਵੇਰੇ ਸਵੇਰੇ ਪਿਤਾ ਜੀ ਉੱਠ ਖਲੋਤੇ। ਸੁਤ ਨਾਨਕ ਉਠ ਬਚਨ ਉਚਾਰਾ। ਆਵਾਜ਼ ਮਾਰੀ, ਨਾਨਕ ਪੁੱਤਰ ਉੱਠੋ। ਸਤਿਗੁਰੂ ਜੀ ਤਾਂ ਪਹਿਲਾਂ ਹੀ ਉੱਠ ਜਾਗਦੇ ਸਨ ਅੰਮ੍ਰਿਤ ਵੇਲੇ, ਪਰ ਪਾਤਸ਼ਾਹ ਬਿਰਾਜੇ ਹੋਏ, ਚਾਦਰਾ ਲਿਆ ਹੋਇਆ ਸੀ ਸਰੀਰ ਤੇ। ਪਿਤਾ ਜੀ ਪਹਿਲਾਂ ਉੱਠੇ ਤੇ ਮਹਾਰਾਜ ਜੀ ਨੂੰ ਆਵਾਜ਼ ਮਾਰੀ, ਬੇਟਾ ਨਾਨਕ ਉੱਠੋ। ਪਿਤਾ ਬੈਨ ਸੁਨ ਕਰ ਜਗ ਸੁਆਮੀ। ਪਿਤਾ ਜੀ ਦੇ ਬਚਨ ਜਗਤ ਸੁਆਮੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸੁਣੇ। ਸੁਰਬੀ ਖੋਲ ਪਏ ਅਨੁਗਾਮੀ। ਮਹਾਰਾਜ ਜੀ ਨੇ ਕੁਝ ਨਹੀਂ ਆਖਿਆ, ਅੱਗੋਂ ਕੋਈ ਜਵਾਬ ਸਵਾਲ ਨਹੀਂ ਕੀਤਾ। ਪਾਤਸ਼ਾਹ ਇਸ਼ਨਾਨ ਪਾਨ ਕਰਕੇ ਜਾ ਕੇ ਡੰਗਰਾਂ ਦੀਆਂ ਰੱਸੀਆਂ ਖੋਲੀਆਂ। ਹਾਲੇ ਲੋ ਨਹੀਂ ਸੀ ਲੱਗੀ, ਹਾਲੇ ਥੋੜਾ ਥੋੜਾ ਹਨੇਰਾ ਹੀ ਸੀ। ਤੋ ਮਹਾਰਾਜ ਜੀ ਨੇ ਜਾਨਵਰ ਜਿੰਨੇ ਸਨ, ਪਸ਼ੂ ਸਨ, ਉਹਨਾਂ ਦੀਆਂ ਜਾ ਕੇ ਰੱਸੀਆਂ ਖੋਲੀਆਂ ਹਨ। ਜਹਾਂ ਖੇਤ ਸੁੰਦਰ ਹਰਿਆਈ। ਤੇ ਜਿੱਥੇ ਖੇਤ ਵਿੱਚ ਸੋਹਣੀ ਫਸਲ ਬੀਜੀ ਹੋਈ ਸੀ ਬਾਹਰ ਹਰੀ ਹਰੀ, ਮਹਾਰਾਜ ਜੀ ਉੱਥੇ ਪਸ਼ੂ ਲੈ ਗਏ। ਬਾਰ ਬਾਰ ਬਾਰੀ ਬਰਿਆਈ। ਮਹਾਰਾਜ ਜੀ ਨੇ ਅੱਜ ਪਹਿਲੇ ਦਿਨ ਤਾਂ ਘਾਹ ਚਾਰ ਕੇ ਲਿਆਏ। ਅੱਜ ਉਹ ਜਿੰਨੇ ਡੰਗਰ ਸੀ ਨਾ, ਪਸ਼ੂ, ਵਾੜ ਲੱਗੀ ਸੀ ਖੇਤ ਦੇ ਆਲੇ ਦੁਆਲੇ। ਪਾਤਸ਼ਾਹ ਨੇ ਵਾੜ ਆਪਣੇ ਹੱਥੀਂ ਖੋਲੀ, ਪਤਾ ਨਹੀਂ ਕਿਸੇ ਜ਼ਿਮੀਂਦਾਰ ਦਾ ਖੇਤ ਸੀ, ਨਗਰ ਦਾ ਹੀ। ਵਾੜ ਖੋਲ ਕੇ ਤੇ ਸਾਰੇ ਪਸ਼ੂ ਉਹਦੇ ਚ ਵਾੜ ਦਿੱਤੇ। ਕਣਕ ਲੱਗੀ ਹੋਈ, ਤੇ ਉਹ ਕਣਕ ਵਾਹਵਾ ਬੂਟੇ ਵੱਡੇ ਸਨ, ਤੇ ਫਸਲ ਚਰਨ ਵਾਸਤੇ ਮੱਝਾਂ ਗਾਵਾਂ ਵਿੱਚ ਛੱਡ ਦਿੱਤੀਆਂ। ਹਾਂਜੀ, ਆਪ ਸੋਏ ਗਏ ਹੋਏ ਸੁਖਾਰੇ। ਪਸ਼ੂਆਂ ਨੂੰ ਬੇਫਿਕਰੀ ਨਾਲ ਵਾੜ ਦਿੱਤਾ ਵੀ ਆਨੰਦ ਲਓ, ਛਕੋ, ਸੋਹਣਾ ਹਰਾ ਹਰਾ ਫਸਲ ਲੱਗੀ ਹੋਈ ਹੈ। ਪਾਤਸ਼ਾਹ ਕੋਲ ਚਾਦਰਾ ਸੀ ਮੋਢੇ ਤੇ, ਗੁਰਦੇਵ ਲਾਗੇ ਹੀ ਇੱਕ ਦਰਖਤ ਦੇ ਥੱਲੇ ਚਾਦਰਾ ਸਰੀਰ ਤੇ ਲਿਆ। ਪਾਤਸ਼ਾਹ ਜੀ ਲੇਟ ਗਏ ਸਤਿਗੁਰੂ ਜੀ। ਮਹਾਰਾਜ ਜੀ ਆਪ ਬਿਰਾਜ ਗਏ ਤੇ ਪਸ਼ੂਆਂ ਨੂੰ ਚਾਰਨ ਲਾ ਦਿੱਤਾ। ਖਾਤ ਖੇਤ ਲਹਿ ਅਨਤ ਪਧਾਰੇ। ਉਹ ਪਸ਼ੂ ਇੱਕ ਖੇਤ 'ਚ ਬਥੇਰਾ ਸੀ ਖਾਣ ਨੂੰ, ਉਹਨੂੰ ਛੱਡ ਕੇ ਉਹ ਦੂਜੇ ਖੇਤ 'ਚ ਗਏ ਹੀ ਨਹੀਂ। ਜਿਹੜੇ 2-4 ਕਿੱਲਿਆਂ ਦੀ ਵਾੜ ਦੇ ਵਿੱਚ ਮਹਾਰਾਜ ਜੀ ਨੇ ਫਸਲ 'ਚ ਵਾੜੀਆਂ ਸੀ ਨਾ, ਉਹ ਪਸ਼ੂ ਮੱਝਾਂ ਗਾਵਾਂ, ਉੱਥੇ ਹੀ ਉਹ ਫਸਲ ਖਾਈ ਜਾਂਦੀਆਂ ਨੇ। ਉਹਨੂੰ ਛੱਡ ਕੇ ਦੂਜੇ ਖੇਤ ਵਿੱਚ ਨਹੀਂ ਗਏ। ਜਬ ਸਭ ਚਰਗੀ ਗੋ ਗੋ ਧੂਮੀ। ਵੇਖਦਿਆਂ ਵੇਖਦਿਆਂ ਗੋ ਧੂਮੀ ਦਾ ਮਤਲਬ ਹੁੰਦਾ ਕਣਕ। ਉਹ ਕਣਕ ਦੀ ਫਸਲ ਸੀ, ਥੋੜੇ ਥੋੜੇ ਬੂਟੇ ਵੱਡੇ ਹੋਏ ਸੀ। ਹੁਣ ਜਾਨਵਰ ਜਦੋਂ ਵਿੱਚ ਵੜ ਗਏ, 20-50 ਮੱਝਾਂ ਗਾਵਾਂ, ਉਹਨਾਂ ਨੇ ਤਾਂ ਫਤੂਰ ਪਾ ਦਿੱਤਾ ਉੱਥੇ। ਜਿੰਨੀ ਫਸਲ ਸੀ ਸਾਰੀ ਚਰ ਗਏ। ਜਿੰਨਾ ਉਹਦੇ ਵਿੱਚ ਕਣਕ ਉੱਗੀ ਹੋਈ ਸੀ, ਉੱਤੋਂ ਸਾਰੀ ਮਰੁੰਡ ਕੇ ਉਹ ਪਸ਼ੂ ਖਾ ਗਏ। ਥੱਲੇ ਜੜਾਂ ਜਿਹੜੀਆਂ ਸਾਨੂੰ ਮਾੜੀਆਂ ਮੋਟੀਆਂ ਰਹਿ ਗਈਆਂ, ਕਈ ਤਾਂ ਜੜੋਂ ਸਮੇਤ ਹੀ ਪੁੱਟ ਦਿੱਤੇ। ਏਦਾਂ ਸਾਰੀ ਫਸਲ ਉਜਾੜ ਦਿੱਤੀ। ਦਿਵਸ ਚਰੇ ਆਇਓ ਵਹਿ ਭੂਮੀ। ਜਦੋਂ ਦੁਪਹਿਰ ਦਾ ਸਮਾਂ ਹੋਇਆ ਤੇ ਜਿਹੜਾ ਉਹ ਜ਼ਿਮੀਂਦਾਰ ਸੀ, ਉਹ ਜਿਹਦੀ ਉਹ ਜ਼ਮੀਨ ਸੀ, ਖੇਤ ਸੀ,
ਜਿਹਦੀ ਫਸਲ ਪਸ਼ੂਆਂ ਨੇ ਚਰੀ ਹੈ, ਉਹ ਪੈਲੀ 'ਚ ਗੇੜਾ ਮਾਰਨ ਆਇਆ ਵੀ ਚਲੋ ਖੇਤ 'ਚ ਗੇੜਾ ਮਾਰ ਕੇ ਆਉਨੇ ਆ। ਦੁਪਹਿਰ ਦੇ ਸਮੇਂ ਪਾਤਸ਼ਾਹ ਬਿਰਾਜੇ ਹੋਏ ਇੱਕ ਪਾਸੇ ਚਾਦਰ ਲੈ ਗਏ, ਪਸ਼ੂ ਚਰ ਰਹੇ ਨੇ ਤੇ ਚਰ ਕੇ ਰੱਜ ਕੇ ਉੱਥੇ ਹੀ ਬੈਠੀਆਂ ਮੱਝਾਂ ਗਾਵਾਂ ਪਲਸੇਟੇ ਮਾਰ ਕੇ ਜਗਾਲੀ ਕਰੀ ਜਾਂਦੇ ਆ ਜਾਨਵਰ। ਇੰਨੇ ਨੂੰ ਉਹ ਜਿਹੜਾ ਜ਼ਿਮੀਂਦਾਰ ਸੀ ਜਿਹਦੀ ਉਹ ਫਸਲ ਸੀ ਉਹ ਆ ਗਿਆ। ਹੇਰ ਕਿਦਾਰ ਸੋ ਭਇਓ ਹਿਰਾਨਾ। ਜਦੋਂ ਉਹਨੇ ਆਪਣਾ ਖੇਤ ਵੇਖਿਆ ਤੇ ਵੇਖ ਕੇ ਉਹਦੇ ਤਾਂ ਤਰਾਹ ਨਿਕਲ ਗਏ ਵੀ ਮੇਰੀ ਤਾਂ ਫਸਲ ਤਬਾਹ ਕਰ ਦਿੱਤੀ ਸਾਰੀ। ਜ਼ਿਮੀਂਦਾਰ ਨੂੰ ਫਸਲ ਪਿਆਰੀ ਹੁੰਦੀ ਹੈ, ਇੱਕਦਮ ਉਹਦੇ ਹਿਰਦੇ ਚੋਂ ਤਰਾਹ ਨਿਕਲ ਗਏ। ਇਹ ਕੀ ਹੋ ਗਿਆ? ਕ੍ਰਿਸ਼ਚਾਰੀ ਕਿਨ ਢੀਠ ਮਹਾਨਾ। ਕਿਹੜਾ ਢੀਠ ਹੈ ਜਿਹਨੇ ਮੇਰੀ ਫਸਲ ਹੀ ਚਰਾ ਦਿੱਤੀ ਹੈ ਜਾਨਵਰਾਂ ਕੋਲੋਂ? ਮੈਂ ਤਾਂ ਵਾੜ ਲਾਈ ਸੀ, ਵਾੜ ਤੋੜ ਕੇ ਅੰਦਰ ਜਾਨਵਰ ਵਾੜੇ ਨੇ। ਕਿਹੜਾ ਇਹੋ ਜਿਹਾ ਢੀਠ ਹੈ ਜਿਹਨੇ ਮੇਰੀ ਫਸਲ ਚਰਾ ਦਿੱਤੀ ਹੈ? ਸਿੰਚ ਮੈਂ ਬਹੁ ਦਿਨ ਹਾਰਿਓ। ਮੈਂ ਸਿੰਚ ਕੇ ਗੋਡੀ ਕਰ ਕਰਕੇ ਹਾਰ ਗਿਆ ਤੇ ਮਿਹਨਤ ਦੇ ਨਾਲ ਮੈਂ ਫਸਲ ਉਗਾਈ ਸੀ। ਕਿਹੇ ਨੇ ਡਰ ਸਭ ਖੇਤ ਉਜਾਰਿਓ। ਕਿਹੜਾ ਇਹੋ ਜਿਹਾ ਨਿਡਾਰਾ ਜਿਹਨੇ ਮੇਰੀ ਸਾਰੀ ਫਸਲ ਉਜਾੜ ਕੇ ਰੱਖ ਦਿੱਤੀ ਹੈ? ਖਾਏ ਅਗਾਏ ਰਹੀ ਵਿੱਚ ਬੈਸੀ। ਆਹ ਵੇਖੋ ਵੀ ਤਾਂ ਬੇਫਿਕਰੀਆਂ ਹੋ ਕੇ ਮੱਝਾਂ ਗਾਵਾਂ ਖਾ ਕੇ ਚੰਗੀ ਤਰ੍ਹਾਂ ਵੱਖੀਆਂ ਕੱਢ ਕੇ ਰੱਜ ਕੇ ਬੈਠੀਆਂ ਹੋਈਆਂ ਨੇ ਖੇਤ ਵਿੱਚ, ਹਿੱਲਦੀਆਂ ਹੀ ਨਹੀਂ ਪਈਆਂ। ਕਿਹੜਾ ਇਹੋ ਜਿਹਾ ਨਿਡਰ ਤੇ ਢੀਠ ਹੈ ਜਿਹਨੇ ਇੱਥੇ ਲਿਆ ਕੇ ਮੇਰੀ ਫਸਲ ਦਾ ਇਹ ਨੁਕਸਾਨ ਕੀਤਾ ਹੈ? ਲਖੀ ਕਿਲੇ ਬਿਨ ਖਸਮੀ ਜੈਸੀ। ਏਦਾਂ ਲਿਆ ਕੇ ਮੇਰੀ ਫਸਲ ਤਬਾਹ ਕੀਤੀ ਹੈ ਜਿਵੇਂ ਨਖਸਮੀ ਹੋਵੇ। ਇਸ ਫਸਲ ਦਾ ਕੋਈ ਮਾਲਕ ਹੀ ਨਾ ਹੋਵੇ, ਖਸਮ ਹੀ ਨਾ ਹੋਵੇ, ਕਿ ਇਹਦਾ ਕੋਈ ਵਾਲੀ ਵਾਰਸ ਨਹੀਂ ਸੀ, ਤਾਂ ਨਖਸਮੀ ਸਮਝ ਕੇ ਮੇਰੀ ਫਸਲ ਉਜਾੜ ਦਿੱਤੀ ਹੈ। ਬਾਚੇ ਉੱਚੇ ਸੁਨ ਸ੍ਰੀ ਗੁਰ ਜਾਗੇ। ਉੱਚੀ ਬੋਲੀ ਜਾਂਦਾ ਸੀ ਜ਼ਿਮੀਂਦਾਰ, ਤੇ ਸਤਿਗੁਰੂ ਪਾਤਸ਼ਾਹ ਜੀ ਲਾਗੇ ਬਿਰਾਜੇ ਹੋਏ ਸਨ, ਚਾਦਰਾ ਲੈ ਕੇ। ਜ਼ਿਮੀਂਦਾਰ ਦੀ ਆਵਾਜ਼ ਸੁਣ ਕੇ ਤੇ ਮਹਾਰਾਜ ਜੀ ਨੇ ਚਾਦਰਾ ਮੂੰਹ ਤੋਂ ਲਾਇਆ ਤੇ ਉੱਠੇ। ਉੱਠ ਕਰ ਵਹਿਰ ਨਿਕਾਸਨ ਲਾਗੇ। ਉੱਠ ਕੇ ਚਾਦਰਾ ਮਹਾਰਾਜ ਜੀ ਨੇ ਮੋਢੇ ਤੇ ਰੱਖਿਆ, ਡਾਂਗ ਸਤਿਗੁਰਾਂ ਦੇ ਕੋਲ ਸੀ ਤੇ ਮੱਝਾਂ ਜਿਹੜੀਆਂ ਵਿੱਚ ਬੈਠੀਆਂ ਗਾਵਾਂ ਤੇ ਪਾਤਸ਼ਾਹ ਖੇਤ ਚੋਂ ਬਾਹਰ ਕੱਢਣ ਲੱਗ ਪਏ ਡੰਗਰਾਂ ਨੂੰ ਨਾ। ਉਸ ਖੇਤ ਵਿੱਚੋਂ ਮੇਰੇ ਗਰੀਬ ਨਵਾਜ ਸਾਹਿਬ ਜੀ ਬਾਹਰ ਕੱਢਣ ਲੱਗ ਪਏ। ਰਾਹਕ ਕਰਤ ਕਰੋਧ ਕਹਿ ਉੱਚੇ। ਉਹਨੇ ਸਤਿਗੁਰਾਂ ਨੂੰ ਵੇਖਿਆ ਤੇ ਬੜਾ ਗੁੱਸੇ 'ਚ ਜ਼ਿਮੀਂਦਾਰ ਅੱਗ ਦਾ ਭੰਬੂੜਾ ਹੋਇਆ। ਮਹਾਰਾਜ ਜੀ ਵੱਲ ਵੇਖਦਾ ਤੇ ਕਹਿੰਦਾ, ਜਾਨ ਨਾ ਦਿਓ ਤੁਮੈ ਘਰ ਸੂਚੇ। ਰਾਓ ਠਹਿਰ ਜਾ, ਏਦਾਂ ਨਹੀਂ ਮੈਂ ਤੈਨੂੰ ਜਾਣ ਦਿੰਦਾ ਘਰ। ਹੁਣ ਏਦਾਂ ਡੰਗਰ ਕੱਢ ਕੇ ਲੈ ਜਾਏਗਾ ਤੂੰ ਹੁਣ ਖੇਤ 'ਚੋਂ? ਮਹਾਰਾਜ ਜੀ ਨੂੰ ਕਹਿੰਦਾ ਏਦਾਂ ਨਹੀਂ, ਹੁਣ ਮੈਂ ਤੈਨੂੰ ਘਰ ਚੰਗੀ ਤਰੀਕੇ ਨਾਲ ਜਾਣ ਦਿੰਦਾ। ਸਭ ਕਿਦਾਰ ਕੋ ਪਰਹੋ ਉਜਾਰਾ। ਮੈਂ ਆਪਣੀ ਫਸਲ ਦਾ ਨੁਕਸਾਨ ਦਾ ਕੱਲਾ ਪੈਸਾ ਲੈ ਕੇ ਤੇਰੇ ਕੋਲੋਂ ਇਹ ਡੰਗਰ ਤੈਨੂੰ ਦਿਆਂਗਾ, ਨਹੀਂ ਤਾਂ ਡੰਗਰਾਂ ਤੇ ਕਬਜ਼ਾ ਮੇਰਾ ਅੱਜ ਤੋਂ ਬਾਅਦ। ਮੈਂ ਨਹੀਂ ਹੁਣ ਡੰਗਰ ਤੈਨੂੰ ਲਿਜਾਣ ਦੇਣੇ। ਨਾ ਤੁਰ ਚਲੋ ਟਿਗਰਾਏ ਬੁਲਾਰਾ। ਜਾਂ ਪੈਸੇ ਦੇ ਇੱਥੇ ਮੇਰੇ ਹੁਣੇ ਰੱਖ ਜਿੰਨਾ ਮੇਰਾ ਨੁਕਸਾਨ ਹੋਇਆ, ਨਹੀਂ ਤਾਂ ਚੱਲ ਨਗਰ ਦੇ ਰਾਜੇ ਰਾਏ ਬੁਲਾਰ ਦੇ ਕੋਲ ਆਪਣਾ ਫੈਸਲਾ ਲੈ ਕੇ ਚੱਲੀਏ। ਅਸ ਕਹਿ ਸਭ ਸੁਰ ਬੀਲੇ ਹਾਕੀ। ਏਦਾਂ ਕਹਿ ਕੇ ਜ਼ਿਮੀਂਦਾਰ ਨਹੀਂ ਹੱਕ ਲੈ ਜਾਨਵਰ। ਕਹਿੰਦਾ ਨਾ, ਇਹ ਨਹੀਂ ਹੁਣ ਲਿਜਾਣ ਦਿੰਦਾ। ਉਹ ਜਿਹੜਾ ਜ਼ਿਮੀਂਦਾਰ ਸੀ ਫਸਲ ਦਾ ਮਾਲਕ, ਉਹਨੇ ਉਹ ਜਿੰਨੇ ਜਾਨਵਰ ਸੀ ਹੱਕ ਕੇ ਆਪਣੇ ਨਾਲ ਟੋਰ ਲਏ। ਰਿਸਪੁਨ ਸ਼ੋਕ ਬਿਖੈ ਮਤ ਤਾਕੀ। ਤੇ ਨਾਲੇ ਬੜਾ ਦੁਖੀ ਹੈ, ਬੜਾ ਗੁੱਸੇ ਵਿੱਚ ਵੀ ਹੈ। ਪੁਨ ਕਮਲਾਨਨ ਬਚਨ ਉਚਾਰੇ। ਕਮਲ ਮਦਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ ਉਸ ਜ਼ਿਮੀਂਦਾਰ ਨੂੰ, ਕਹਿੰਦੇ ਕੋ ਧਨ ਤਜ ਦੇਹੁ ਸ਼ੋਕ ਬਿਸਾਰੇ। ਮਹਾਰਾਜ ਜੀ ਕਹਿੰਦੇ ਆ, ਭਾਈ ਜ਼ਿਮੀਂਦਾਰਾ, ਇਹ ਜਾਨਵਰਾਂ ਦਾ ਕੀ ਕਸੂਰ ਆ ਭਲਾ? ਇਹਨਾਂ ਨੂੰ ਛੱਡ ਦੇ ਨਾ, ਕੀ ਤੇਰਾ ਵਿਗਾੜਿਆ? ਪਰਾ ਲਬਦ ਤੁਮਰੀ ਹੈ ਜੇਤੀ। ਜਿਹੜੀ ਤੇਰੀ ਪਰਾ ਲਬਦ ਹੈ ਨਾ, ਜਿਹੜੇ ਤੇਰੇ ਭਾਗਾਂ ਦੀ ਲਿਖੀ ਹੋਈ ਹੈ, ਬਰਕਤ ਪਾਏ ਪ੍ਰਭੂ ਅਬ ਤੇਤੀ। ਉਹ ਤੈਨੂੰ ਮਿਲ ਜਾਣੀ ਹੈ, ਸਗੋਂ ਉਹਦੇ 'ਚ ਬਰਕਤ ਪੈਣੀ ਹੈ ਤੇਰੇ। ਮਹਾਰਾਜ ਜੀ ਕਹਿੰਦੇ ਭਰੋਸਾ ਰੱਖ ਪਰਮੇਸ਼ਰ ਤੇ, ਤੇਰੀ ਇਹ ਫਸਲ ਤਬਾਹ ਨਹੀਂ ਹੋਈ, ਇਹਦੇ 'ਚ ਵਾਹਿਗੁਰੂ ਨੇ ਹੋਰ ਬਰਕਤਾਂ ਪਾ ਦੇਣੀਆਂ। ਤੇਰੀ ਪਰਾ ਲਬਦ ਤੋਂ ਵੀ ਵਿੱਚ ਵਾਧੇ ਪਾ ਦੇਣੇ ਆ ਪਰਮੇਸ਼ਰ ਨੇ। ਇਸ ਕਰਕੇ ਹੌਸਲਾ ਰੱਖ। ਬਿਗੜਨ ਹਾਰ ਬਿਗੜ ਸੋ ਜਾਈ। ਤੇ ਜਿਹੜਾ ਕੰਮ ਵਿਗੜਨਾ ਹੁੰਦਾ ਉਹ ਵਿਗੜ ਕੇ ਹੀ ਰਹਿੰਦਾ ਹੁੰਦਾ, ਜਿਹੜਾ ਸਬਰਨਾ ਹੁੰਦਾ ਉਹ ਸਬਰ ਜਾਂਦਾ ਹੈ। ਬਹੁਰ ਨ ਸਬਰੈ ਕਰੈ ਲੜਾਈ। ਜਿਹੜਾ ਹੁਣ ਵਿਗੜ ਗਿਆ, ਹੁਣ ਜੇ ਤੂੰ ਆਖੇ ਵੀ ਲੜਾਈ ਕਰਕੇ ਸਬਰ ਜਾਣਾ ਭਲਾ? ਮਹਾਰਾਜ ਜੀ ਕਹਿੰਦੇ ਜਿਹੜਾ ਵਿਗੜਨਾ ਸੀ ਉਹ ਵਿਗੜ ਗਿਆ,
ਲੜਾਈ ਕਰਕੇ ਹੁਣ ਸਬਰ ਤਾਂ ਜਾਣਾ ਨਹੀਂ, ਜੋ ਹੋਣਾ ਸੀ ਉਹ ਤਾਂ ਹੋ ਗਿਆ। ਜੋ ਨਿਜ ਭਾਗ ਸਵਰਨੀ ਹੋਈ, ਇਹ ਤੇਰੇ ਭਾਗਾਂ ਦੇ ਵਿੱਚ ਸਬਰ ਨਾ ਹੋਇਆ, ਇਹ ਨਾ ਵਿਗਾਰ ਸਕੈ ਕੋ ਕੋਈ। ਉਹਦਾ ਫਿਰ ਕੋਈ ਕੰਮ ਵਿਗਾੜ ਨਹੀਂ ਸਕਦਾ। ਜਿਹਦੇ ਭਾਗਾਂ 'ਚ ਸਬਰ ਨਹੀਂ ਲਿਖਿਆ ਹੋਵੇ ਨਾ, ਉਹਦੇ ਫਿਰ ਕਿਸੇ ਕਾਰਜ ਨੂੰ ਕੋਈ ਵਿਗਾੜ ਨਹੀਂ ਸਕਦਾ। ਜਗਤ ਨਾਥ ਕੇ ਹੈ ਸਭ ਹਾਥਾ, ਇਹ ਸਭ ਕੁਝ ਉਸ ਜਗਤ ਨਾਥ ਪਾਰ ਬ੍ਰਹਮ ਪਰਮੇਸ਼ਰ ਦੇ ਹੱਥ ਵਿੱਚ ਹੈ, ਕਰਤਾਰ ਦੇ ਹੱਥ ਹੈ। ਇਸ ਕਰਕੇ ਵੀਰਾ ਬੋਲ ਸਤ ਕਰਤਾਰ। ਸੁਣੀਏ ਨਾ ਕਹੂੰ ਦੁਤੀਏ ਕੀ ਗਾਥਾ, ਕਿਸੇ ਦੂਜੇ ਦੀ ਗਾਥਾ ਨਾ ਸੁਣੀਏ, ਕਿਸੇ ਦੂਜੇ ਦੀ ਬਾਤ ਨਾ ਸੁਣੀਏ। ਤਜ ਹੋ ਧੇਨ ਅਸ ਬਿਦ ਜੀਏ ਜਾਨੀ, ਤੇ ਆ ਜਾਣਦੇ ਜਾਨਵਰਾਂ ਨੂੰ ਛੱਡ ਦੇ, ਇਹਨਾਂ ਨੂੰ ਘਰੇ ਪਰਤਣ ਦੇ। ਬੀਤੀ ਕੀ ਨਾ ਬਿਥਾਰ ਕਹਾਣੀ, ਜੋ ਬੀਤ ਗਿਆ ਹੁਣ ਉਹਦਾ ਪ੍ਰਚਾਰ ਕਾਹਦਾ ਕਰਨਾ, ਜੋ ਲੰਘ ਗਿਆ ਹੁਣ ਉਸ ਲੰਘ ਗਏ ਦੇ ਸਮੇਂ ਦੀ ਕਹਾਣੀ ਦਾ ਕੀ ਕਥਨ ਕਰਨਾ ਹੋਇਆ। ਸੁਨੇ ਨ ਬਚ ਬਾਰੈ ਬਹੁ ਤੇਰਾ, ਹਾਂਜੀ, ਸੁਨੇ ਨ ਬਚ ਬਾਰੈ ਬਹੁ ਤੇਰਾ। ਕਹਿੰਦੇ ਹੁਣ ਬਹੁਤਾ ਬੋਲਣ ਦਾ ਕੀ ਫਾਇਦਾ, ਹੁਣ ਕਿਹਨੇ ਸੁਣਨਾ, ਜਿਹੜਾ ਵਿਗੜ ਗਿਆ ਕੰਮ ਉਹ ਤਾਂ ਹੋ ਗਿਆ। ਜਿਹ ਕ੍ਰਿਸ਼ ਕੋ ਭਾ ਸ਼ੋਕ ਕਨੇਰਾ, ਜਿਹੜੀ ਫਸਲ ਦਾ ਤੈਨੂੰ ਮਨ 'ਚ ਸ਼ੋਕ ਹੈ, ਇਹਦੇ 'ਚ ਵਾਧਾ ਪੈ ਜਾਣਾ। ਝਗਰਤ ਝਗਰਤ ਪਹੁੰਚੇ ਤਹਿਵਾ, ਕਹਿੰਦਾ ਨਾ ਜੀ ਮੈਂ ਨਹੀਂ ਪਸ਼ੂ ਦਿੰਦਾ। ਉਹ ਪਸ਼ੂ ਹੱਕ ਕੇ ਰਾਏ ਬੁਲਾਰ ਵੱਲ ਲਈ ਜਾਂਦਾ, ਸਤਿਗੁਰੂ ਜੀ ਵੀ ਨਾਲ ਨਾਲ ਟੁਰ ਪਏ। ਚਲਦਿਆਂ ਚਲਦਿਆਂ ਰਾਏ ਬੁਲਾਰ ਦੇ ਘਰ ਪਹੁੰਚ ਗਏ। ਰਾਏ ਬੁਲਾਰੂ ਬੈਠਿਓ ਜਿਹਵਾ, ਅੱਗੇ ਰਾਏ ਬੁਲਾਰ ਬੈਠਾ ਹੋਇਆ। ਰਾਹਕ ਉੱਚੇ ਕੀਲ ਪੁਕਾਰੀ, ਜਿਹੜਾ ਇਹ ਜ਼ਿਮੀਂਦਾਰ ਸੀ ਉੱਚੀ ਉੱਚੀ ਆਵਾਜ਼ ਵਿੱਚ ਬੋਲਿਆ, ਪੁਕਾਰ ਕਰਦਾ ਹੈ। ਮੋਹੇ ਖੇਤ ਸਭ ਦੀਨ ਉਜਾਰੀ, ਦੁਹਾਈ ਜੀ ਦੁਹਾਈ, ਮੇਰੀ ਫਸਲ ਉਜਾੜ ਕੇ ਰੱਖ ਦਿੱਤੀ, ਮੇਰੀ ਫਸਲ ਤਬਾਹ ਕਰਕੇ ਰੱਖ ਦਿੱਤੀ ਹੈ। ਦੀਰਗ ਬਹੁ ਗੋ ਧੂਮ ਸੋ ਮੇਰੇ, ਮੇਰੀ ਕਣਕ ਬੜੀ ਵਧੀਆ ਸੀ, ਬੜਾ ਵਧੀਆ ਫਸਲ ਹੋਈ ਸੀ ਮੇਰੀ ਕਣਕ ਦੀ। ਇਹਨੇ ਇੱਕ ਬੂਟਾ ਨਹੀਂ ਛੱਡਿਆ। ਉੱਥੇ ਪਟਵਾਰੀ ਦੇ ਪੁੱਤ ਨੇ ਸਾਰੀ ਫਸਲ ਉਜਾੜ ਕੇ ਰੱਖ ਦਿੱਤੀ ਹੈ ਮੇਰੀ। ਖਾਈ ਮਹਿਖਨ ਆਜ ਸਵੇਰੇ, ਅੱਜ ਸਵੇਰੇ ਸਵੇਰੇ ਹਾਲੇ ਦਿਨ ਵੀ ਨਹੀਂ ਪੂਰਾ ਚੜਿਆ, ਖਬਰੇ ਰਾਤ ਨੂੰ ਹੀ ਲੈ ਆਇਆ ਸੀ ਜਾਨਵਰ ਉੱਥੇ ਸਾਰੇ। ਇਹਨੇ ਇੱਕ ਨਹੀਂ ਫਸਲ ਦਾ ਬੂਟਾ ਛੱਡਿਆ, ਉੱਥੇ ਸਾਰੀ ਫਸਲ ਤਬਾਹ ਕਰਕੇ ਰੱਖ ਦਿੱਤੀ ਹੈ ਮੇਰੀ। ਤਾਤ ਤਾਹੇ ਜੋ ਤਵ ਪਟਵਾਰੀ, ਇਹ ਉਹਦਾ ਪੁੱਤ ਹੈ ਰਾਏ ਬੁਲਾਰ, ਜਿਹੜਾ ਤੁਹਾਡਾ ਪਟਵਾਰੀ ਹੈ। ਇਦਾਂ ਦੱਸਦਾ, ਜਾਣਕਾਰੀ ਦਿੰਦਾ। ਕਹਿੰਦਾ ਇਹ ਉਹਦਾ ਪੁੱਤ ਹੈ ਜਿਹੜਾ ਤੇਰਾ ਪਟਵਾਰੀ ਨਹੀਂ, ਰਾਏ ਕਲਿਆਣ ਦਾਸ ਮਹਿਤਾ ਕਾਲੂ, ਇਹ ਉਹਦਾ ਪੁੱਤਰ ਹੈ, ਇਹ ਉਹਦੇ ਜਾਨਵਰ ਹਨ। ਕਰਤ ਹਕੂਮਤ ਸੁਰਤ ਵਿਸਾਰੀ, ਤੇ ਹਕੂਮਤ ਕਰਦਾ ਸੁਰਤ ਵਿਸਾਰ ਕੇ। ਉਹ ਪਟਵਾਰੀ ਵਿਗੜਿਆ ਹੋਇਆ, ਉਹ ਸੁਰਤ ਵਿਸਾਰ ਕੇ ਆਪਣੀ ਹਕੂਮਤ ਕਰਦਾ ਹੈ। ਕਰਹੋ ਤਪਾਵਸ ਭੂਪਤ ਮੇਰੋ, ਇਹ ਰਾਜਾ ਮੇਰਾ ਨਿਆਂ ਕਰ। ਤਪਾਵਸ ਕਹਿੰਦੇ ਨਿਆਂ ਨੂੰ, ਮੇਰਾ ਨਿਆਂ ਕਰ, ਮੇਰਾ ਇਨਸਾਫ ਕਰ। ਮੈਂ ਹੁਣ ਆਪਣਾ ਹਰਜਾਨਾ ਕਿੱਥੋਂ ਲਵਾਂ? ਨਾ ਤੁਰ ਉਜਰਹਿ ਨਗਰ ਸੋ ਤੇਰੋ, ਨਹੀਂ ਤਾਂ ਮੇਰਾ ਸਰਾਪ ਹੈ, ਤੇਰਾ ਨਗਰ ਉਜੜ ਜਾਣਾ ਇਦਾਂ ਹੀ ਸਾਰਾ। ਜੇ ਤੂੰ ਆਪਣੇ ਨਗਰ ਦਾ ਤਪਾਵਸ ਨਾ ਕੀਤਾ, ਨਿਆਂ ਨਾ ਕੀਤਾ, ਤੇ ਤੇਰਾ ਸਾਰਾ ਨਗਰ ਉਜੜ ਜਾਣਾ। ਦਿਨ ਪ੍ਰਤਿ ਅਸਬਿਦ ਜੋ ਕ੍ਰਿਸ਼ ਉਜਰੈ, ਜੇ ਇਦਾਂ ਰੋਜ਼ ਫਸਲਾਂ ਉਜੜਨ ਲੱਗੀਆਂ, ਰੋਜ਼ ਇਦਾਂ ਫਸਲਾਂ ਤਬਾਹ ਹੋਣ ਲੱਗੀਆਂ, ਤੇ ਫਿਰ ਕੱਖ ਨਹੀਂ ਬਚਣਾ ਨਗਰ ਵਿੱਚ। ਰਾਹਕ ਕੈਸ ਬਸਾਸਤ ਗੁਜਰੈ, ਕਿਵੇਂ ਇੱਥੇ ਜ਼ਿਮੀਂਦਾਰਾਂ ਦਾ ਨਿਰਵਾਹ ਹੋਵੇਗਾ ਜੇ ਇਦਾਂ ਫਸਲਾਂ ਉਜੜਦੀਆਂ ਰਹੀਆਂ। ਸੁਨਤ ਰਾਏ ਔਰ ਰਿਸ ਭਰ ਸਰੁਖਾ, ਅੱਗੋਂ ਰਾਏ ਬੁਲਾਰ ਵੀ ਗੁੱਸੇ ਵਿੱਚ ਆਇਆ ਸੁਣ ਕੇ। ਹੇਰਤ ਬੋਲਿਓ ਮੁਖ ਤੇ ਪਰੁਖਾ, ਉਹ ਗੁਰੂ ਸਾਹਿਬ ਬਾਰੇ ਨਹੀਂ ਸੀ ਜਾਣਦਾ, ਹਲੇ ਰਾਏ ਨੂੰ ਮਹਾਰਾਜ ਜੀ ਦੇ ਮਹਿਮਾ ਦਾ ਨਹੀਂ ਸੀ ਪਤਾ। ਮੰਨ ਲਓ ਇਹ ਤਾਂ ਸਬੱਬ ਬਣਿਆ ਵੀ ਰਾਏ ਨੂੰ ਆਪਣੇ ਦਰਸ਼ਨ ਦੇਣੇ ਸਨ ਸਤਿਗੁਰਾਂ ਨੇ, ਉਹਦੇ ਭਾਗ ਸਵੱਲੇ ਕਰਨੇ ਸਨ। ਤੋ ਗਰੀਬ ਨਵਾਜ ਪਾਤਸ਼ਾਹ ਵੱਲ ਵੇਖ ਕੇ ਨਾ ਥੋੜਾ ਜਿਹਾ ਰੋਸ ਵਿੱਚ ਰਾਏ ਬੁਲਾਰ ਬੋਲਿਆ। ਸਭ ਕੋ ਡਟਿਓ ਦੀਨ ਨਿਵਾਰੇ, ਔਰ ਗੁੱਸੇ ਵਿੱਚ ਆ ਕੇ ਡਾਂਟਦਿਆਂ ਸਾਰਿਆਂ ਨੂੰ ਕਹਿਣ ਲੱਗਾ, ਚਾਰਤ ਖੇਤੀ ਸਿਸਮਤ ਵਾਰੇ। ਕਹਿੰਦੇ ਉਹ ਬੱਚੇ ਤੂੰ ਮਤਵਾਲਾ ਹੈ? ਮਤਵਾਲਾ ਕਹਿੰਦੇ ਮਸਤਾਨੇ ਨੂੰ, ਤੂੰ ਮਸਤਾਨਾ ਮਤਵਾਲਾ ਕਿ ਇੱਥੇ ਬੇਫਿਕਰੀ ਵਿੱਚ ਲੋਕਾਂ ਦੀਆਂ ਫਸਲਾਂ ਆਪਣੇ ਜਾਨਵਰਾਂ ਕੋਲੋਂ ਚਰਵਾ ਰਹੇ ਹੈ। ਪੁੰਨ ਭ੍ਰਿਤਿਆਨ ਸੰਗ ਬਚਨ ਬਖਾਨਾ, ਫਿਰ ਆਪਣੇ ਨੌਕਰ ਨੂੰ ਕਿਹਾ ਰਾਏ ਬੁਲਾਰ ਨੇ, ਅਗਰਜ ਇਹ ਬਾਰਿਕ ਮਸਤਾਨਾ, ਕਹਿੰਦੇ ਪਟਵਾਰੀ ਨੂੰ ਬੁਲਾਓ ਮੇਰੇ ਕੋਲ ਇੱਥੇ। ਜੇ ਉਹਦਾ ਪੁੱਤਰ ਮਸਤਾਨਾ, ਲੋਕ ਕੋਲੋਂ ਦੱਸਣ ਲੱਗ ਪਏ, ਕਹਿੰਦੇ ਜੀ ਇਹ ਤਾਂ ਬੌਰਾ ਜੀ, ਇਹ ਤਾਂ ਬੱਚਾ ਸਤਿਗੁਰਾਂ ਬਾਰੇ, ਇਹਦਾ ਮਸਤਾਨਾ ਜੀ, ਇਹਨੂੰ ਤਾਂ ਪਤਾ ਹੀ ਨਹੀਂ ਹੁੰਦਾ, ਨਾ ਕਿਸੇ ਨਾਲ ਗੱਲ ਕਰਦਾ ਨਾ ਬੋਲਦਾ। ਪਾਤਸ਼ਾਹ ਬਾਰੇ ਜਿੰਨਾ ਕੁ ਲੋਕਾਂ ਨੂੰ ਉੱਥੇ ਪਾਤਸ਼ਾਹ ਨੇ ਖੇਡ ਇਹੋ ਜਿਹੀ ਵਰਤਾਈ ਸੀ,
कोई आखे भूतना को कहे बेताला। कौन जाने मेरे साहब दी गत मित नूं कि त्रिलोकी नाथ पूरे ब्रह्मंड दे सिरजणहार मालक इस छोटी जी मूर्त विच आके ननकाना साहब दे विच चोज वरता रहे ने। कौन जाने। राय बुलार ने आख्या भी जे बालक इस तरह का मस्ताना है ते फिर इहनूं क्यों पशु चारण भेजिया पटवारी ने। तू कालू को लियाओ बुलाई। जा छेती लिया इत्थे मेहता कालू नूं पटवारी नूं मेरे कोल सद के हाजिर कर। पर है उजारा जिने उजराई। ओहदे पुत्तर ने उजाड़ी, ओहदा प्यो दा कसूर है। उहने अपने पुੱਤ ਨੂੰ भेजिया क्यों जे इदां दी हालत है इहदी तां ਉਹਦਾ ਕਸੂਰ ਹੈ। ਉਹਦੇ ਕੋਲੋਂ ਇੱਥੇ ਨੁਕਸਾਨ ਭਰਾਵਾਂਗੇ ਇਸ ਜ਼ਿਮੀਂਦਾਰ ਦਾ। ਗਇਓ ਬੇਗ ਕਾਲੂ ਆਹੂਤਾ। ਉਸੇ ਵੇਲੇ ਨੌਕਰ ਤੇਜ਼ੀ ਨਾਲ ਪਟਵਾਰੀ ਜੀ ਕੋਲ ਪਿਤਾ ਜੀ ਕੋਲ ਗਿਆ। ਚਲੋ ਪੂਤ ਕੀ ਪਿਖ ਕਰ ਤੂਤਾ। ਕਹਿੰਦੇ ਪਟਵਾਰੀ ਸਾਹਿਬ ਚਲੋ ਚੱਲ ਕੇ ਵੇਖੋ ਆਪਣੇ ਪੁੱਤਰ ਦੀ ਕਰਤੂਤ। ਅਮਕ ਰਾਹਕ ਤਾਹੇ ਕਿਦਾਰ। ਉਹ ਫਲਾਣਾ ਜ਼ਿਮੀਂਦਾਰ ਹੈ ਪਿੰਡ ਦਾ, ਉਹਦੀ ਫਸਲ ਉਜਾੜ ਦਿੱਤੀ ਆ ਤੇਰੇ ਪੁੱਤ ਨੇ। ਪਾਰ ਤੇਲ ਸਭ ਦੀਨ ਉਜਾਰਾ। ਗਊਆਂ ਮੱਝਾਂ ਵਾੜ ਕੇ ਉਹਦੇ ਖੇਤ ਨੂੰ ਤਬਾਹ ਕਰਕੇ ਰੱਖ ਦਿੱਤਾ ਤੇਰੇ ਪੁੱਤ ਨੇ। ਸੁਣ ਕਰ ਮਨ ਮਹਿ ਤਿਲ ਦੁਖ ਪਾਵਾ। ਸੁਣ ਕੇ ਪਿਤਾ ਜੀ ਪਹਿਲਾਂ ਤਾਂ ਬੜੇ ਦੁਖੀ ਹੋਏ। ਸਤ ਨਾਨਕ ਕਬ ਸੁਖ ਨਾ ਦਿਖਾਵਾ। ਕਹਿੰਦੇ ਮੇਰੇ ਪੁੱਤਰ ਨਾਨਕ ਨੇ ਮੈਨੂੰ ਕਦੇ ਸੁਖ ਨਹੀਂ ਵਿਖਾਇਆ। ਛੋਟਾ ਜਿਹਾ ਸੀ, ਘਰ ਦੇ ਭਾਂਡੇ ਤਬਾਹ ਕਰ ਆਉਂਦਾ ਸੀ, ਬਾਹਰ ਜਾ ਕੇ ਲੋਕਾਂ ਨੂੰ ਦਾਨ ਕਰਾਉਂਦਾ ਸੀ, ਗਹਿਣੇ ਪਾਏ ਹੋਣੇ ਨੂੰ ਉਹ ਦਾਨ ਕਰਾਉਂਦਾ ਸੀ। ਇਹਨੇ ਮੈਨੂੰ ਕਦੇ ਸੁਖ ਨਹੀਂ ਵਿਖਾਇਆ। ਪ੍ਰੀਤ ਸੰਗ ਪਹੁੰਚਤ ਭਾਤਿਹਵਾ। ਪਿਤਾ ਜੀ ਬੜੀ ਕਾਲੀ ਕਾਲੀ ਪੈਰ ਧਰਦੇ ਐ। ਉਸ ਨੌਕਰ ਦੇ ਨਾਲ ਚੱਲ ਕੇ ਰਾਏ ਬੁਲਾਰ ਕੋਲ ਆਏ। ਰਾਏ ਨਿਕਟ ਸ਼੍ਰੀ ਨਾਨਕ ਜਹਵਾ। ਜਿੱਥੇ ਧੰਨ ਗੁਰੂ ਨਾਨਕ ਸਾਹਿਬ ਰਾਏ ਬੁਲਾਰ ਕੋਲ ਖੜੇ ਨੇ, ਉਹ ਜ਼ਿਮੀਂਦਾਰ ਵੀ ਖੜਾ ਜਿਹਦੀ ਫਸਲ ਉਜੜੀ ਸੀ। ਡੰਗਰ ਵੀ ਇੱਕ ਪਾਸੇ ਖੁੰਝੇ ਚ ਲਾ ਕੇ ਪਾਸੇ ਬਾਹਰ ਖੜੇ ਕੀਤੇ ਹੋਏ ਐ। ਉੱਥੇ ਪਿਤਾ ਜੀ ਵੀ ਆਏ ਹਨ। ਗੱਲਬਾਤ ਹੋ ਰਹੀ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ। ਸਾਧ ਸੰਗਤ ਜੀ ਬੇਨਤੀ ਹੈ, ਪਰਸੋਂ 11 ਤਰੀਕ ਨੂੰ ਸਮਾਣਾ ਫਤਿਹ ਦਿਵਸ ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਮਨਾਇਆ ਜਾ ਰਿਹਾ ਹੈ। ਅੱਜ ਸਤਿਗੁਰਾਂ ਦੀ ਬਾਣੀ ਦੇ ਸ੍ਰੀ ਅਖੰਡ ਜਾਪ ਪ੍ਰਾਰੰਭ ਹੋ ਗਏ ਹਨ। ਪਰਸੋਂ ਤਕਰੀਬਨ 9 ਵਜੇ ਭੋਗਾਂ ਤੋਂ ਉਪਰੰਤ ਦੀਵਾਨ ਸਜਣਗੇ। ਸਜੇ ਹੋਏ ਦੀਵਾਨਾਂ ਵਿੱਚ ਪੰਥ ਪ੍ਰਸਿੱਧ ਰਾਗੀ ਸਿੰਘ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਿੰਘ ਵਿਦਵਾਨ ਜਨ ਹਾਜ਼ਰੀਆਂ ਭਰਨਗੇ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਪਰਸੋਂ 11 ਤਰੀਕ ਨੂੰ ਸਵੇਰੇ 9 ਵਜੇ ਤੋਂ ਦੁਪਹਿਰੇ 2 ਵਜੇ ਤੱਕ ਸਮਾਗਮ ਸਜਣਗੇ। ਦੂਸਰੀ ਬੇਨਤੀ ਹੈ, ਖਾਲਸੇ ਪੰਥ ਦੇ ਪੂਜਨੀਕ ਮਾਤਾ ਆਦਿ ਸ਼ਕਤੀ ਮਾਤਾ ਸਾਹਿਬ ਦੇਵਾਂ ਜੀ, ਇਹਨਾਂ ਦਾ ਪਵਿੱਤਰ ਪਾਵਨ ਜਨਮ ਦਿਹਾੜਾ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਵਿਖੇ 13 ਨਵੰਬਰ ਦਿਨ ਸ਼ਨੀਵਾਰ ਨੂੰ ਸ਼ਾਮ ਨੂੰ 7 ਵਜੇ ਤੋਂ 9:30 ਵਜੇ ਤੱਕ ਮਨਾਇਆ ਜਾ ਰਿਹਾ ਹੈ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਵਿੱਚ ਸ਼ਨੀਵਾਰ 13 ਨਵੰਬਰ ਸ਼ਾਮ ਨੂੰ 7 ਤੋਂ 9:30 ਵਜੇ ਤੱਕ ਜੋ ਅਮਰ ਸੰਚਾਰ ਹਾਲ ਹੈ ਬਾਹਰ ਛੋਟਾ, ਉਹਦੇ ਵਿੱਚ ਸਮਾਗਮ ਹੋਣਗੇ। ਆਪ ਦੀ ਹਾਜ਼ਰੀਆਂ ਭਰੋ, ਸ਼ਮੂਲੀਅਤ ਕਰੋ। ਸਤਿਕਾਰਯੋਗ ਮਾਤਾ ਸਾਹਿਬ ਦੇਵਾਂ ਜੀ ਦੇ ਆਸੀਸ ਦੇ ਪਾਤਰ ਬਣੋ, ਮਾਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਹ ਬੇਨਤੀ ਆਪ ਸਮੂਹ ਸੰਗਤ ਨੇ ਪ੍ਰਵਾਨ ਕਰਨੀ ਜੀ। ਵਾਹਿਗੁਰੂ 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 ਵਾਹਿਗੁਰੂ। ਹੈ ਅਚੁੱਤ ਹੈ
पार ब्रह्म अविनाशी अगनाश हे पूरन हे सर्वमय दुख पंजन गुणतास हे संगी हे निरंकार हे निर्गुण सब टेक हे गोविंद हे गुण निधान जाके सदा विवेक हे अपरंपर हर हरे पी होवन हार हे संतः कै सदा संग निधारा आधार हे ठाकुर हो दासरो मैं निर्गुण गुण नहीं कोय नानक दीजै नाम दान राखो हिय आए परोए प्रभ शरणागति कृपा निधि दयाल एक अखर हर मन बस्त नानक होत निहाल गुरु नाम जहाज है चढ़े सो उतरे पार जो शरदा कर सेवंदे गुर पार उतारण हार गुरु नाम जहाज है चढ़े सो उतरे पार जो शरदा कर सेवंदे गुर पार उतारण हार वाहिगुरु जी का खालसा वाहिगुरु जी की फतेह। राम कली महला तीजा आनंद एक ओंकार सतगुर प्रसाद आनंद पया मेरी माए सतगुरु मैं पाया सतगुर ता पाया सहज सेती मन वजिया वाधाइया राग रतन परवार परियां शब्द गावण आईयां सब दो तगावो हरि के रमन जिनी वसाया कह नानक आनंद हुआ सतगुरु मैं पाया ए मन मेरे तू सदा रहो हर नाले हर नाल रहो तू मन मेरे दुख सब विसारना अंगीकार ओह करे तेरा कारज सब सवारना सबना गल्लां समरथ स्वामी सो क्यों मनो विसारे कहे नानक मन मेरे सदा रहो हर नाले साचे साहेबा क्या नहीं कर तेरा करता तेरा सब किछ है जिस देह सो पावे सदा सिफत सलाह तेरी नाम मन वसावे नाम जिनके मन वसया वाजे शब्द कढेरे कह नानक सच्चे साहिब क्या नहीं कर तेरा साचा नाम मेरा आधारो साच नाम आधार मेरा जिन भुखा सब गवाइया कर शांत सुख मन आए बसया जन इच्छा सब पुजाइया सदा कुर्बान कीता गुरु विट हो जिस दी आए वडियाइया कह नानक सुनो संतो शब्द तरो प्यारो साचा नाम मेरा आधारो वाजे पंच शब्द कर सुभागै शब्द वाजे कला जित कर तारिया पंच दो तुद वस कीते काल कंटक मारिया तुर करम पाया तुद जिन का उसे नाम हर कै लागे कह नानक तै सुख होआ तित कर अनहद बाजे आनंद सुनो वड भागी हो सगल मनोरथ पूरे पार ब्रह्म प्रभ पाया उतरे सगल वसूरे दुख रोग संताप उतरे सुनी सच्ची बाणी संत साजन भये सर से पूरे गुर ते जाने सुनते पुनीत कहते पवित्र सतगुर रहया भरपूरे धनवंत नानक गुर चरण लागे बाजे अनहद तुरे सलोक पवन गुरु पाणी पिता माता तरत महत सरात दो दाई दाया खेला सगल जगत जगिया बुरियाइया वाचै धर्म हजूर धर्मी आपो अपनी के नेड़ा के दूर इन्हीं नाम ते आया गए मसकत काल नानक ते मुख उजले खेती छुटी नाल जनी नाम नाम ते आया गए मसकत काल नानक ते मुख उजले खेती छुट्टी नाल वाहिगुरु जी का खालसा वाहिगुरु जी की फतेह।
ਗਤ ਮਿਤ। ਬੋਲੋ ਜੀ ਸ਼੍ਰੀ ਵਾਹਿਗੁਰੂ। ਅਰਦਾਸ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸਾਂ ਹੋਈ ਸਹਾਏ। ਅਰਜਨ ਹਰ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿਠੇ ਸਭ ਤੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੋਨ ਦੇ ਆਵੈ ਤਾਏ। ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਣਾ ਜੀ ਸਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦਿਦਾਰ ਜੀ ਕਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤੀਆਂ ਜਿਨ੍ਹਾਂ ਹਠੀਆਂ ਜਪੀਆਂ ਤਪੀਆਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ। ਤੇਗ ਬਾਈ ਦੇਖ ਕੇ ਅੰਡਠ ਕੀਤਾ ਤਿਨਾਂ ਪਿਆਰਿਆਂ ਸਚਾਰਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਾਂ ਨਾਲ ਚਰਾਏ ਗੁਰਦੁਆਰਿਆਂ ਲਈ ਸੇਵਾ ਤੇ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ। ਦੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਵਸਾਹ ਰਹਿਤ ਦਾਨ ਵਸਾਹ ਦਾਨ ਭਰੋਸਾ ਦਾਨ ਦਾਨ ਸਰਦਾਨ ਨਾਮਦਾਨ। ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਔਰ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗਾ ਟਲ ਧਰਮ ਕਾ ਜਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਔਰ ਪਤ ਕਰ ਆਖਾ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਨਨਕਾਣਾ ਸਾਹਿਬ ਅਤੇ ਸਮੂਹ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਜੀ ਦੇ ਪਿਆਰੇ ਪੰਥ ਨੂੰ ਵਿਛੋੜਿਆ ਗਿਆ ਹੈ ਤਿਨਾਂ ਦੇ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਣ ਨਿਤਾਣਾਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਵਿੱਤਰ ਪਾਵਨ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਮਹਾਰਾਜ ਜੀ ਪੰਚਮੀ ਦੇ ਕਲਗੀਧਰ ਪਾਤਸ਼ਾਹ ਜੀ ਆਪ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਕੱਤਕ ਸੁਦੀ ਪੰਚਮੀ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਦੀਵਾਨਾਂ 'ਚ ਅੰਮ੍ਰਿਤ ਵੇਲੇ ਤੋਂ ਪਾਤਸ਼ਾਹ ਜੀ ਆਪ ਜੀ ਦੀ ਰੱਬੀ ਬਾਣੀ ਦੇ ਕੀਰਤਨ ਹੋਏ ਨੇ। ਢਾਡੀ ਸਿੰਘਾਂ ਵੱਲੋਂ ਆਪ ਜੀ ਦਾ ਜਸ ਗਾਇਆ ਗਿਆ ਹੈ। ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਜੀ ਉਹ ਕਥਾਕਾਰਾਂ ਵਿਦਵਾਨਾਂ ਵੱਲੋਂ ਆਪ ਜੀ ਦੀ ਸੋਭਾ ਵਰਣਨ ਕੀਤੀ ਗਈ ਹੈ। ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਜੀ 6 ਪੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ ਨੇ। ਗਰੀਬਨ ਬਾਗ ਚੱਲ ਰਹੀ ਲੜੀਵਾਰ ਇਤਿਹਾਸ ਦੀ ਕਥਾ ਦੀ ਹਾਜ਼ਰੀ ਹੋਈ ਹੈ। ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਅਗਾਂਹ ਵਾਸਤੇ ਸਤਬੁੱਧੀ ਸਮੱਤ ਪ੍ਰਦਾਨ ਕਰਨੀ ਸਮੂਹ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਆਪਣੇ ਚਰਨਾਂ 'ਚ ਪ੍ਰਵਾਨ ਕਰਨੀਆਂ। ਤਿਰਬੁਲ ਮਾਇਆ ਭੇਟਾ ਦਰ ਪ੍ਰਵਾਨ ਕਰਦਿਆਂ ਦਰੋਂ ਕਰੋ ਨਾਮ ਦੀਆਂ ਦਾਤਾਂ ਗੁਰ ਸਿੱਖੀ ਜੀਵਨ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਜੀ ਦਾ ਜੋਤੀ ਜੋਤ ਦਿਵਸ ਦਿਹਾੜਾ ਜਾਣਦਿਆਂ ਪੰਚਮੀ ਦੇ ਜੋੜ ਮੇਲੇ ਦੇ ਸਮਾਗਮ ਜਾਣਦਿਆਂ ਜਿਨ੍ਹਾਂ ਜਿਨ੍ਹਾਂ ਮਾਈਆਂ ਪਾਈਆਂ ਨੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰੀਆਂ ਹਨ। ਜਥਾ ਸ਼ਕਤ ਭੇਟਾਵਾਂ ਅਰਪਣ ਕੀਤੀਆਂ ਨੇ। ਕੜਾਹ ਪ੍ਰਸ਼ਾਦ ਦੀਆਂ ਦੇਗਾਂ ਭੇਟ ਕੀਤੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਸਮੂਹ ਦੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ। ਸਮੂਹ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣਾ। ਨਾਮ ਦੀਆਂ ਦਾਤਾਂ ਗੁਰਸਿੱਖੀ ਜੀਵਨ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਗਰੀਬ ਨਵਾਜ ਇਸ ਵਕਤ ਪੰਚਮੀ ਦੇ ਮਹੀਨਾਵਾਰੀ ਸਮਾਗਮਾਂ ਦੀ ਦੀਵਾਨਾਂ ਦੀ ਸਮਾਪਤੀ ਜੀ ਕੀ ਅਰਦਾਸ। ਅੱਖਰ ਵੱਧ ਘੱਟ ਭੁੱਲ ਚੁੱਕ ਖਿਮਾ ਕਰਨੀ। ਪਾਤਸ਼ਾਹ ਜੀ ਪਵਿੱਤਰ ਹੁਕਮਨਾਮੇ ਬਖਸ਼ੋ। ਹੁਕਮਨਾਮੇ ਅਨੁਸਾਰ ਚੱਲਣ ਦੀ ਬਲ ਬੁੱਧੀ ਪ੍ਰੇਰਣਾ ਬਖਸ਼ੋ। ਸਹੀ ਪਿਆਰੇ ਮੇਲੋ ਮਹਾਰਾਜ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਸਜਾ ਕਰਕੇ ਹਾਜ਼ਰ ਕੀਤੀਆਂ ਆਪ ਜੀ ਦੇ ਦਰ ਤੇ ਪ੍ਰਵਾਨ ਹੋਵਣ।